ਤੇ ਮੈਂ ਕਿਹਾ ਬਾਬਾ ਜੀ ਮੈਨੂੰ ਕੋਈ ਨਹੀਂ ਜਾਣਦਾ ਤੇ ਮੈਨੂੰ ਪਲੀਜ਼ ਇੱਥੇ ਰੱਖ ਲਓ। ਜੇ ਬਾਬਾ ਜੀ ਉਦੋਂ ਕਹਿ ਦਿੰਦੇ ਕਿ ਨਹੀਂ ਅਸੀਂ ਤੈਨੂੰ ਜਾਣਦੇ ਨਹੀਂ, ਰੱਖਣਾ ਨਹੀਂ, ਤਾਂ ਸ਼ਾਇਦ ਮੈਂ ਇੱਥੇ ਪਾਰਕਿੰਗ 'ਚ ਪੈ ਜਾਂਦਾ। ਇਹ ਗੁਰਦੁਆਰਾ ਸਾਹਿਬ ਆਇਆ 에ਅਰਪੋਰਟ ਤੋਂ ਪੈਦਲ 2 ਸੂਟਕੇਸ ਚੱਕੇ ਇੱਥੇ ਖੜਾ ਸੀ ਤੇ ਪਸੀਨੇ ਪਸੀਨੇ ਹੋਇਆ ਪਿਆ ਸੀ। ਮੈਂ ਕਿਹਾ ਕਿੱਥੋਂ ਆਇਆ? ਕਹਿੰਦਾ ਮੈਂ ਬਾਬਾ ਜੀ ਇੰਡੀਆ ਤੋਂ ਆਇਆ ਤੇ ਮੈਂ ਸਟੂਡੈਂਟ ਹਾਂ। ਨਿਆਣੇ ਐ ਕਰਦੇ ਆ, ਪੁਰਾਣਿਆਂ ਦਾ ਨਵਿਆਂ ਦਾ ਇਤਫਾਕ ਨਹੀਂ। ਹੁਣ ਇਹਦੇ ਤੋਂ ਵੱਧ ਇਤਫਾਕ ਕੀ ਹੋ ਜਾਏ? ਉਹ ਕਹਿੰਦੇ ਜੀ ਕੱਲ ਨੂੰ ਆ ਕੇ ਤਾਂ ਦੇਖਿਓ ਸਾਡੇ ਨਿਆਣੇ ਇੱਥੇ ਸੇਵਾ ਕਿੱਦਾਂ ਕਰਦੇ। ਸੰਧਾ ਇਹ ਸਭ ਚੰਗਾ ਲੱਗਾ ਜੀ। ਉਹ ਕਹਿੰਦੇ ਵੀ ਜੇ ਇਹ ਨਿਆਣੇ ਨਾ ਆਉਣ ਤੇ ਸਾਡਾ ਕੰਮ ਹੀ ਸੈੱਟ ਆ। ਜਿਹੜਾ ਇਹ ਸ਼ਹਿਰ ਹੈ ਬਹੁਤ ਵਧੀਆ, ਜਿਵੇਂ ਲੁਧਿਆਣਾ ਤੇ ਚੰਡੀਗੜ੍ਹ ਹੈ ਉਹਨਾਂ ਫਰਕ ਹੈ ਵੀ ਜਿਹੜਾ ਇੱਥੇ ਆ ਜਾਂਦਾ ਉਹਦਾ ਦਿਲ ਨਹੀਂ ਕਰਦਾ ਇੱਥੋਂ ਜਾਣ ਤੇ, ਰਹਿਸ਼ ਪੱਖੋਂ ਸਾਰੇ ਪੱਖੋਂ। ਤੇ ਬੱਚੇ ਨੂੰ ਇਹ ਨਹੀਂ ਕਿਹਾ ਜਾਂਦਾ ਜੇ ਤੇਰੇ ਕੋਲ ਕਾਰ ਨਹੀਂ ਹੈ ਤੇ ਤੂੰ ਬੱਸ ਪਕੜ ਕੇ ਆ ਜਾ, ਨਹੀਂ, ਐਡਰੈਸ ਮੰਗੀਦਾ ਹੈ, ਕੀ ਰਾਸ਼ਨ ਚਾਹੀਦਾ ਹੈ। ਸਾਡੇ ਲੰਗਰ ਡਾਇਰੈਕਟਰ ਖੜੇ ਨੇ, ਰਾਸ਼ਨ ਅਸੀਂ ਪੈਕ ਕਰੀਦਾ, ਬੱਚਿਆਂ ਦੇ ਕੋਲ ਪਹੁੰਚਾ ਦਿੰਦੇ। ਇਹ ਜਿਹੜੇ ਪੁਰਾਣੇ ਸਟੂਡੈਂਟ ਆਏ ਨਾ ਪਿਛਲੇ 15 ਸਾਲ ਤੋਂ ਜੀ, ਉਹ ਇੰਨਾ ਵਧੀਆ ਪ੍ਰੋਗਰਾਮ ਕਰਾਉਂਦੇ ਆ ਗੁਰੂ ਅਰਜਨ ਦੇਵ ਜੀ ਦਾ। ਇੱਥੇ ਸਾਡੀ ਇੱਥੋਂ ਵਾਲੀ ਜਿਹੜੀ ਸੰਗਤ ਆ ਉਹ ਵੀ ਨਹੀਂ ਕਰਾ ਸਕਦੀ। ਕੀ ਬਾਤ ਹੈ। ਬਥੇਰੀ ਵਾਰ ਇੱਥੋਂ ਲੰਗਰ ਵੀ ਲੈ ਕੇ ਗਏ ਆ, ਕਦੀ ਵੀ ਕਿਸੇ ਨੇ ਕੁਝ ਨਹੀਂ ਕਿਹਾ। 5 ਸਾਲ ਬਿਨਾਂ ਕਾਰ ਤੋਂ ਤੁਸੀਂ ਆਪਣੀ ਪੜ੍ਹਾਈ ਵੀ ਮੁਕੰਮਲ ਕਰ ਲਈ, ਕਿਉਂਕਿ ਇੰਸ਼ੋਰੈਂਸ ਕਿਸ਼ਤਾਂ ਸਾਰੀਆਂ ਬਚ ਗਈਆਂ। ਅਪੋਜ਼ ਕਰਨ ਨਾਲੋਂ ਆਪਾਂ ਇਦਾਂ ਸੋਚ ਲਈਦਾ ਵੀ ਜੇ ਆਪਣੇ ਪੇਰੈਂਟਸ ਹੁੰਦੇ ਉਹਨਾਂ ਨੇ ਵੀ ਉਹੋ ਜਿਹੀ ਸਲਾਹ ਦੇਣੀ ਸੀ। ਹਾਂਜੀ, ਸਪੈਸ਼ਲੀ ਅਸੀਂ ਸਟੂਡੈਂਟ ਵੀਰਾਂ ਨੂੰ ਜ਼ੋਰ ਕੇ ਕਹੀਦਾ ਵੀ ਪਲੀਜ਼ ਤੁਸੀਂ ਨਾ ਕੋਈ ਵੀ ਸਾਨੂੰ ਹੈਲਪ ਹੋਵੇ, ਬਾਬਾ ਜੀ ਨੂੰ ਦੱਸੋ ਜਾਂ ਪ੍ਰਧਾਨ ਸਾਹਿਬ ਨੂੰ ਦੱਸੋ ਜਾਂ ਸਾਨੂੰ ਦੱਸੋ, ਕਿਸੇ ਹੱਦ ਤੱਕ ਤੁਹਾਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੋਵੇ ਤੇ ਅਸੀਂ ਹੈਗੇ ਆ। ਤੁਸੀਂ ਕਹਿਣਾ ਵੀ ਯਾਰ ਕਿਤੇ ਪੜ੍ਹ ਲਈ ਹੋਣੀ ਹੈ ਗੱਲ, ਮਾੜੀ ਮੋੜ ਸੁਣ ਲਈ ਹੋਣੀ ਹੈ, 4 ਮਸਾਲੇ ਨਾਲ ਕੋਲੋਂ ਲਾਤੇ ਹੋਣੇ ਆ ਤੇ ਹੋ ਸਕਦਾ ਵੀ ਗੱਲ ਉਨੀ ਕਿ ਨਾ ਹੋਵੇ। ਪਰ ਜਿਵੇਂ ਤੁਸੀਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਸੁਣ ਲਈਆਂ, ਉਹਨਾਂ ਦੀ ਜ਼ਬਾਨੀ ਸੁਣ ਲਿਆ ਤੇ ਸਾਨੂੰ ਇਹ ਚੰਗਾ ਲੱਗਿਆ ਕਿ ਉਹਨਾਂ ਨੇ ਆਪਣੇ ਮੂੰਹ ਦੱਸਦੀ ਗੱਲ ਤੇ ਤੁਹਾਨੂੰ ਵੀ ਯਕੀਨ ਹੋ ਗਿਆ ਹੋਣਾ ਕਿ ਵੀ ਕੈਨੇਡਾ ਉਹ ਨਹੀਂ ਆ ਜੋ ਕਿ ਆਪਾਂ ਨੂੰ ਦਿਖਾਇਆ ਜਾਂਦਾ, ਕੈਨੇਡਾ ਕਿਤੇ ਹੋਰ ਵੀ ਵਸਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਵੀਰ ਸਿੰਘ ਬਾਠ ਤੇ ਨਾਲ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਇਸ ਵੇਲੇ ਅਸੀਂ ਓਟਵਾ ਦੇ ਗੁਰੂ ਘਰ ਦੇ ਬਿਲਕੁਲ ਗੋਦ ਦੇ ਵਿੱਚ ਜਿਹੜਾ ਉਹ ਖੜੇ ਆ ਤੇ ਗੁਰੂ ਘਰ ਦੀ ਜਦੋਂ ਚਰਚਾ ਕੀਤੀ ਜਾਂਦੀ ਹੈ ਤਾਂ ਫਿਰ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੇ ਲਈ ਓਟ ਆਸਰੇ ਦਾ ਜਿਹੜਾ ਉਹ ਸਭ ਤੋਂ ਵੱਡਾ ਥਾਂ ਹੁੰਦਾ। ਜਦੋਂ ਨਿਸ਼ਾਨ ਸਾਹਿਬ ਝੂਲਦਾ ਨਜ਼ਰ ਆਉਂਦਾ ਤਾਂ ਬਹੁਤੀਆਂ ਸਮੱਸਿਆਵਾਂ ਤਾਂ ਐਂ ਲੱਗਦਾ ਕਿ ਉਦੋਂ ਹੀ ਹੱਲ ਹੋ ਜਾਂਦੀਆਂ। ਓਟਵਾ ਦੀ ਸੰਗਤ ਜਿਹੜੀ ਇਸ ਵੇਲੇ ਸਾਡੇ ਨਾਲ ਖੜੀ ਹੈ, ਗੁਰੂ ਘਰ ਦੀ ਪ੍ਰਬੰਧਕੀ ਕਮੇਟੀ, ਗੁਰੂ ਘਰ ਦੇ ਜਿਹੜੇ ਰਾਗੀ ਸਿੰਘ, ਕੀਰਤਨੀ ਜੱਥੇ, ਗ੍ਰੰਥੀ ਸਿੰਘ, ਤੇ ਅੱਜ ਗੱਲਾਂ ਬਾਤਾਂ ਕਰਾਂਗੇ ਨਾਲ ਨੌਜਵਾਨ ਵੀ ਨੇ, ਕਿਉਂਕਿ ਓਟਵਾ ਬਹੁਤ ਘੱਟ ਪੰਜਾਬੀਆਂ ਨੂੰ ਆਉਣ ਦਾ ਜਾਂ ਉਹਦੇ ਬਾਰੇ ਜਾਣਨ ਦਾ ਜਿਹੜਾ ਉਹ ਮੌਕਾ ਮਿਲਦਾ ਕਿ ਕੈਨੇਡਾ ਦੇ ਇਸ ਸ਼ਹਿਰ ਦੇ ਵਿੱਚ ਮਾਹੌਲ ਕੀ ਹੈ। ਤੇ ਸਭ ਤੋਂ ਪਹਿਲੀ ਗੱਲ ਕਿ ਓਟਵਾ ਦੀ ਸਾਰੀ ਸੰਗਤ ਨੂੰ ਸੰਧਾਲੀਆ ਸਾਹਿਬ ਇਸ ਗੱਲ ਦੀ ਵਧਾਈ ਕਿ ਸਾਰੇ ਸ਼ਹਿਰ ਦੇ ਵਿੱਚ ਇੱਕੋ ਗੁਰੂ ਘਰ ਹੈ, ਜਾਣੀ ਜਿਹੜੀ ਏਕਤਾ, ਜਿਹੜੀ ਸਾਂਝੀਵਾਲਤਾ ਦਾ ਸੁਨੇਹਾ ਸਾਨੂੰ ਦਿੱਤਾ ਗਿਆ ਸੀ, ਇਸ ਸ਼ਹਿਰ ਦੀ ਸੰਗਤ ਉਹਦੇ ਉੱਤੇ ਪ੍ਰਬੰਧਕ ਅਜੇ ਤੱਕ ਪੂਰੇ ਉਤਰ ਰਹੇ ਆ। ਇਹ ਵੱਡੀ ਗੱਲ ਆ ਜਦੋਂ ਮੇਰੇ ਖਿਆਲ ਤੁਸੀਂ ਸਟਾਰਟ ਕੀਤੀ ਗੱਲ ਨਾ ਵੀ ਅੱਜ ਓਟਵਾ ਦੇ ਗੁਰੂ ਘਰ 'ਚ ਆਪਾਂ ਖਲੋਤੇ ਆ। ਤੇ ਵੈਸੇ ਤੇ ਚਲੋ ਅਸੀਂ ਮਾਫੀ ਮੰਗ ਕੇ ਕਹਿੰਦੇ ਆ ਵੀ ਜਦੋਂ ਕੈਨੇਡਾ ਦੇ ਵੱਖ-ਵੱਖ ਵੱਡਿਆਂ ਸ਼ਹਿਰਾਂ 'ਚ ਜਾਈਦਾ ਤੇ ਸਾਨੂੰ ਨਾਲ ਗੁਰੂ ਘਰ ਦਾ ਕਈ ਵਾਰ ਨਾਮ ਹੀ ਦੱਸਣਾ ਪੈਂਦਾ ਵੀ ਕਿਸ ਗੁਰੂ ਘਰ 'ਚ ਆ, ਕਿਉਂਕਿ ਅਗਲੀ ਵਾਰ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ ਕਿੱਥੇ ਖੜੇ ਹੋ। ਪਰ ਹੁਣ ਜੇ ਤੁਸੀਂ ਓਟਵਾ ਇੰਨਾ ਵੱਡਾ ਯਾਨੀ ਕਿ ਕੈਨੇਡਾ ਦੀ ਰਾਜਧਾਨੀ 'ਚ ਖਲੋਤੇ ਆ ਤੇ ਉੱਥੇ ਜੇ ਆਪਾਂ ਗੁਰੂ ਘਰ ਦੀ ਗੱਲ ਕਰਾਂ ਤੇ ਅਗਲੇ ਨੂੰ ਪਤਾ ਵੀ ਗੁਰੂ ਘਰ ਕਿੱਥੇ ਆ। ਤੇ ਇੱਕ ਗੱਲ ਇਹ ਵੀ ਆਮ ਤੌਰ ਤੇ ਹੁੰਦੀ ਆ ਵੀ ਗੁਰੂ ਘਰ ਉੱਥੇ ਹੋਵੇ ਜਿੱਥੇ ਰਿਹਾਇਸ਼ ਹੁੰਦੀ ਹੈ, ਪਰ ਇਹ ਗੁਰੂ ਘਰ ਆਮ ਤੌਰ ਤੇ ਰਿਹਾਇਸ਼ ਤੋਂ ਕਾਫੀ ਕਿਲੋਮੀਟਰ ਦੂਰ ਆ। ਜਿਹਨੇ ਆਉਣਾ ਆਪਣੀ ਗੱਡੀ ਤੇ ਆਉਣਾ, ਪਰ ਉਹਦੇ ਬਾਵਜੂਦ ਵੀ ਇੰਨੇ ਸਾਲ, ਇੰਨੇ ਦਹਾਕਿਆਂ ਬਾਅਦ ਵੀ ਗੁਰੂ ਘਰ ਦੀ ਇਮਾਰਤ ਇੱਕੋ ਥਾਂ ਦੇ ਉੱਪਰ ਸਾਂਝੀਵਾਲਤਾ ਨਾਲ ਸੰਗਤ ਆਉਂਦੀ ਹੈ। ਬਾਕੀ ਗਾਂ ਹੁਣ ਅਗਲੇ ਇਹਨਾਂ ਦੇ ਕੀ ਪਲਾਨ ਨੇ ਆਪਾਂ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ। ਬਿਲਕੁਲ ਸੰਧਾਲੀਆ ਸਾਹਿਬ, ਮੈਨੂੰ ਸੀ ਕਿ ਆਪਾਂ ਸੀਕੁਐਂਸ ਦੇ ਵਿੱਚ ਹੀ ਲੱਗ ਜਾਣਾ, ਕਿਉਂਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਕੱਲਾ ਆਪਾਂ ਗੁਰੂ ਘਰ ਕਦੋਂ ਉਸਾਰਿਆ ਗਿਆ ਸੀ, ਭਵਿੱਖ ਦੀਆਂ ਯੋਜਨਾਵਾਂ ਕੀ ਨੇ, ਕਿੰਨੀ ਕੁ ਸੰਗਤ ਆਉਂਦੀ ਹੈ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹਫ਼ਤੇ ਦੇ ਸਾਰੇ ਦਿਨ ਹੁੰਦਾ ਕਿ ਕਦੇ-ਕਦੇ ਹੁੰਦਾ, ਉਹਦੀ ਵੀ ਚਰਚਾ ਕਰਨੀ ਹੈ। ਨਾਲ ਦੀ ਨਾਲ ਕੰਮਾਂ-ਕਾਰਾਂ ਦੀ ਸਥਿਤੀ ਕੀ ਹੈ, ਪੰਜਾਬੀ ਭਾਈਚਾਰਾ ਕਦੋਂ ਆਉਣ ਲੱਗਿਆ, ਕੀ ਕੰਮ ਕਰਨੇ, ਕਿਉਂਕਿ ਜਦੋਂ ਸਰੀ ਦੀ ਤਾਂ ਬਰੈਂਪਟਨ ਦੀ ਗੱਲ ਹੁੰਦੀ ਐਂ ਲੱਗਦਾ ਕਿ ਕੈਨੇਡਾ ਉੱਥੇ ਹੀ ਹੈ, ਪਰ ਬਾਹਰ ਨਿਕਲਦੇ ਆ ਤੇ ਲੱਗਦਾ ਕਿ ਦੂਰ ਤੱਕ ਹੈ। ਸਭ ਤੋਂ ਪਹਿਲਾਂ ਨੌਜਵਾਨ ਦੇ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਵਧੀਆ ਜੀ, ਤੁਸੀਂ ਕਿਵੇਂ? ਵਧੀਆ ਜੀ। ਤੁਹਾਡਾ ਨਾਮ ਕੀ ਹੈ? ਜੀ ਲਵਦੀਪ ਸਿੰਘ ਬੈਨੀਪਾਲ। ਅੱਛਾ ਲਵਦੀਪ ਜੀ, ਤੁਸੀਂ ਦੱਸਿਓ ਕਿ ਓਟਵਾ ਦੇ ਵਿੱਚ ਕਿੰਨਾ ਕੁ ਚਿਰ ਹੋ ਗਿਆ? ਜੀ ਮੈਨੂੰ 9 ਸਾਲ ਹੋ ਜਾਣੇ ਜੀ। 9 ਸਾਲ ਇੱਥੇ ਹੀ ਆਏ ਸੀ? ਹਾਂਜੀ, ਇੱਥੇ ਹੀ ਆਇਆ ਸੀ ਮੈਂ। ਇੱਥੇ ਹੀ ਟਿਕੇ ਹੋ? ਹਾਂਜੀ। ਸ਼ਹਿਰ ਠੀਕ ਲੱਗਦਾ? ਸ਼ਹਿਰ ਬਹੁਤ ਵਧੀਆ ਜੀ। ਅੱਛਾ, ਜੇ ਬਾਕੀ ਨੌਜਵਾਨਾਂ ਨੇ, ਕਿਉਂਕਿ ਜੇ ਸਰੀ ਤੋਂ, ਬਰੈਂਪਟਨ ਤੋਂ, ਟੋਰਾਂਟੋ ਤੋਂ ਬਿਨਾਂ ਕੁਝ ਦੇਖਣਾ ਹੋਵੇ ਤਾਂ ਇਸ ਸ਼ਹਿਰ ਦੇ ਵਿੱਚ ਕੰਮਕਾਰ ਦੀ ਕੀ ਸਥਿਤੀ ਹੈ, ਜਾਣੀ ਕੰਮਕਾਰ ਲੱਭ ਪੈਂਦਾ, ਕਿੱਦਾਂ ਦਾ ਮਾਹੌਲ ਹੈ ਜੀ? ਜੀ ਕੰਮਕਾਰ ਇੱਥੇ ਲੋੜ ਹੈਗੀ ਆ ਲੋਕਾਂ ਦੀ? ਹਾਂਜੀ, ਇੱਥੇ ਲੋਕਾਂ ਦੀ ਜ਼ਿਆਦਾ ਲੋੜ।
ਜਦੋਂ ਹੁਣ ਦੇਖੀਦਾ ਆਪਾਂ ਸੋਸ਼ਲ ਮੀਡੀਆ ਤੇ ਕਾਫੀ ਮਹੀਨਿਆਂ ਤੋਂ ਦੇਖ ਰਹੇ ਹਾਂ ਜੀ ਜਿਹੜੇ ਆਪਣੇ ਕੋਰ ਪੰਜਾਬੀ ਕਮਿਊਨਿਟੀ ਜਿੱਥੇ ਵੱਸਦੀ ਆ ਵੈਂਕੂਵਰ ਟੋਰਾਂਟੋ ਉੱਥੇ ਥੋੜਾ ਜਿਹਾ ਲੇਬਰ ਸ਼ਾਰਟੇਜ ਹੈਗੀ ਆ ਬਟ ਇੱਥੇ ਅਨਸਕਿਲਡ ਸੈਕਟਰ 'ਚ ਕਾਫੀ ਲੋੜ ਆ ਸਕਿਲਡ ਦੇ ਵਿੱਚ ਵੀ ਹੈਗੀ ਆ ਬਟ ਜਦੋਂ ਆਪਾਂ ਨਵੇਂ ਆਉਂਦੇ ਆ ਸਟੂਡੈਂਟ ਆਉਂਦੇ ਆ ਆਪਾਂ ਸਕਿਲਸ ਹਲੇ ਗੇਨ ਕਰਨੀਆਂ ਹੁੰਦੀਆਂ ਤਾਂ ਅਨਸਕਿਲਡ ਸੈਕਟਰ 'ਚ ਵੀ ਇੱਥੇ ਜੌਬਸ ਦੀ ਲੋੜ ਪੈਂਦੀ ਹੋ ਰਹਿੰਦੀ ਆ ਇਹ ਕਾਫੀ ਲੋੜ ਹੈਗੀ ਇਹ ਆ। ਮੈਨੂੰ ਤੁਹਾਡਾ ਨਾ ਤੁਸੀਂ ਹੁਣ ਤੱਕ ਬਹੁਤ ਘੱਟ ਲੋਕ ਇਦਾਂ ਮਿਲਦੇ ਆ ਜਿਹੜੇ ਇੰਨਾ ਟੋਟਿਆਂ 'ਚ ਵੰਡ ਕੇ ਗੱਲ ਕਰਦੇ ਆ ਕਿ ਜਿਨ੍ਹਾਂ ਦੇ ਕੋਲ ਕੋਈ ਹੁਨਰ ਹੈ ਨਹੀਂ ਜਿਨ੍ਹਾਂ ਦੇ ਕੋਲ ਕੋਈ ਸਕਿੱਲ ਹੈ ਨਹੀਂ ਕਿ ਉਹਨਾਂ ਦੀ ਵੀ ਇੱਥੇ ਕਾਫੀ ਲੋੜ ਹੈ ਨਹੀਂ ਤਾਂ ਉਹ ਬੇਰੁਜ਼ਗਾਰ ਫਿਰਦੇ ਸਾਡੇ ਅੱਜ ਕੱਲ੍ਹ ਨੌਜਵਾਨ ਤੇ ਸਟੂਡੈਂਟ ਆਉਂਦੇ ਆ ਕਾਲਜ ਯੂਨੀਵਰਸਿਟੀਆਂ ਹੈਗੀਆਂ ਹਾਂਜੀ ਇੱਥੇ ਯੂਨੀਵਰਸਿਟੀ ਆਫ ਆਟਵਾ ਕਾਰਲਟਨ ਯੂਨੀਵਰਸਿਟੀ 2 ਯੂਨੀਵਰਸਿਟੀਜ਼ ਹੈਗੀਆਂ ਤੇ ਇੱਕ ਇੱਥੇ ਕਾਲਜ ਹੈਗਾ ਅਲਗੋਨਕੁਇਨ ਕਾਲਜ ਤੇ ਨਾਲ ਇੱਕ ਕੁਈਨਜ਼ ਯੂਨੀਵਰਸਿਟੀ ਵੀ ਹੈਗੀ ਥੋੜਾ ਹਟ ਗਿਆ ਕੈਂਪਸ। ਠੀਕ ਹੈ ਜੀ ਹਾਂਜੀ ਚਲੋ ਬਹੁਤ ਵਧੀਆ ਸੰਧਾਲੀਆ ਸਾਹਿਬ ਮੈਨੂੰ ਬੜੀ ਚੰਗੀ ਗੱਲ ਲੱਗੀ ਆ ਇੱਕ ਨਾ ਮੇਰਾ ਖਿਆਲ ਨੋਟ ਕਰਨ ਵਾਲੀ ਗੱਲ ਹੈ ਆਮ ਤੌਰ ਤੇ ਜਦੋਂ ਆਪਾਂ ਉਧਰੋਂ ਪੰਜਾਬ ਵਾਲੇ ਪਾਸਿਓਂ ਤੁਰਦੇ ਆਂ ਜੀ ਉਥੋਂ ਕਹਿੰਦਾ ਕਿੱਥੇ ਚੱਲਿਆ ਕਹਿੰਦਾ ਚਾਚੇ ਹੋਰੀ ਵੈਨਕੂਵਰ ਰਹਿੰਦੇ ਆ ਮਾਮਾ ਟੋਰਾਂਟੋ ਹਾਂਜੀ ਹੈ ਨਾ ਤੇ ਆਪਾਂ ਨੂੰ ਹੋਰ ਸ਼ਹਿਰ ਦਾ ਕਿਸੇ ਵੇਲੇ ਪਤਾ ਨਹੀਂ ਲੱਗਦਾ ਪਰ ਇਹ ਵੀਰ ਨੂੰ ਜਦੋਂ ਅੱਗੇ ਪਹਿਲਾਂ ਵੀ ਅਸੀਂ ਗੱਲ ਕੀਤੀ ਵੀ 9 ਸਾਲ ਤੋਂ ਨਾ ਤਾਂ ਇਹਦੇ ਦਿਲ 'ਚ ਆਇਆ ਤੇ ਨਾ ਇਹਨੇ ਸੋਚਿਆ ਵੀ ਯਾਰ ਆਪਾਂ ਉਹ ਤੇ ਜਗ੍ਹਾ ਵੇਖੀ ਜਿੱਥੇ ਵਾਹਵਾ ਆਪਣਾ ਭਾਈਚਾਰਾ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਆਪਾਂ ਉੱਥੋਂ ਧਾਰ ਕੇ ਆਉਂਦੇ ਆ ਵੀ ਯਾਰ ਵੈਨਕੂਵਰ ਤੇ ਟੋਰਾਂਟੋ ਤੋਂ ਅੱਗੇ ਕੈਨੇਡਾ ਹੈ ਨਹੀਂ ਉਹਨੂੰ ਮਨ ਚੋਂ ਕੱਢ ਦਈਏ 9 ਸਾਲ ਦੀ ਇੱਕ ਤਾਜ਼ਾ ਉਦਾਹਰਨ ਆਪਣੀ ਨੌਜਵਾਨ ਪੀੜ੍ਹੀ ਦੀ ਤੁਸੀਂ ਸਾਹਮਣੇ ਦੇਖ ਰਹੇ ਹੋ ਫਿਲਹਾਲ ਇੱਥੇ ਡਟੇ ਨੇ ਹੁਣ ਆਪਾਂ ਹੁਣ ਅੱਗੇ ਵਧਦੇ ਹਾਂ ਬਾਬਾ ਜੀ ਕੀ ਹਾਲ ਚਾਲ ਨੇ ਤੁਹਾਡੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬਾਰੇ ਮੈਂ ਦੱਸ ਦਿਆਂ ਕਿ ਜੇ ਮੈਂ ਗਲਤ ਨਾ ਹੋਵਾਂ ਸ਼ਾਇਦ 18 ਸਾਲ ਹੋ ਗਏ ਇਹਨਾਂ ਨੂੰ ਇੱਥੇ ਹੀ ਤੇ ਬਾਬਾ ਜੀ 18 ਸਾਲ ਦੀ ਜ਼ਿੰਦਗੀ ਕਿਦਾਂ ਲੰਘੀ? ਬਹੁਤ ਵਧੀਆ ਲੰਘੀ ਹੈ ਜੀ ਇੱਥੇ ਸੰਗਤ ਆਪਣੀ ਬਹੁਤ ਪਿਆਰ ਵਾਲੀ ਹੈ ਜਿਸ ਤਰ੍ਹਾਂ ਫੈਮਿਲੀ ਦੇ ਰੂਪ ਵਿੱਚ ਜਿਸ ਤਰ੍ਹਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਫੈਮਿਲੀ 'ਚ ਅਸਾਂ ਆਪਾਂ ਬੱਚਿਆਂ ਨੂੰ ਕਰਦੇ ਆ ਜਾਂ ਵੱਡਿਆਂ ਨੂੰ ਕਰਦੇ ਆ ਭਰਾਵਾਂ ਨੂੰ ਭੈਣਾਂ ਨੂੰ ਇੱਦਾਂ ਹੀ ਸਾਰੇ ਆਟਵਾ ਦੀ ਜਿੰਨੀ ਸੰਗਤ ਹੈ ਬਹੁਤ ਪਿਆਰ ਵਾਲੀ ਹੈ ਤੇ ਨਾਲ ਪੜ੍ਹੀ ਲਿਖੀ ਸੰਗਤ ਹੈ ਸਾਰੀ ਤੇ ਮਤਲਬ ਜਿੰਨੀ ਤੁਸੀਂ ਕਹਿ ਸਕਦੇ ਹੋ ਮਤਲਬ ਘੱਟ ਹੈ ਮਤਲਬ ਤੇ ਬਹੁਤ ਜਿੰਨੀ ਤਾਰੀਫ ਕਰੀ ਉਨੀ ਥੋੜੇ ਬਹੁਤ ਇੱਜ਼ਤ ਮੈਂ ਇੱਕ ਇਹਨਾਂ ਦੀ ਤਾਰੀਫ ਇਹ ਵੀ ਕਰਦਾ ਆ ਵੀ ਇਹ ਜਦੋਂ ਅਸੀਂ ਆਏ ਤੇ ਅਸੀਂ ਆਖਿਆ ਵੀ ਲੰਗਰ ਤਾਂ ਨਹੀਂ ਚਲੋ ਚਾਹ ਛਕ ਲੈਂਦੇ ਆ ਤੇ ਉਹ ਕਹਿੰਦੇ ਚਾਹ ਤਾਂ ਫਿਰ ਬਾਬਾ ਜੀ ਬਣਾਉਣਗੇ ਅਸੀਂ ਆਖਿਆ ਵੀ ਹੋ ਸਕਦਾ ਬਾਬਾ ਜੀ ਆਪ ਵੀ ਛਕਦੇ ਹੋਣ ਪਰ ਬਾਬਾ ਜੀ ਆਪ ਚਾਹ ਨਹੀਂ ਛਕਦੇ ਪਰ ਸਾਰਿਆਂ ਨੂੰ ਛਕਾਉਂਦੇ ਨੇ ਬਾਬਾ ਜੀ ਬਹੁਤ ਸਵਾਦ ਇਹਦਾ ਕਾਰਨ ਕੀ? ਥੋੜੀ ਸ਼ਾਂਤੀ ਅੰਦਰ ਠੰਡ ਪੈਂਦੀ ਹੈ ਕਿ ਜੇ ਕਿਸੇ ਨੂੰ ਚਾਹ ਜਾਂ ਕਿਸੇ ਨੂੰ ਲੰਗਰ ਅਸੀਂ ਪੁੱਛੀਏ ਤੇ ਸਾਨੂੰ ਸਕੂਨ ਮਿਲਦਾ ਕਿ ਚਲੋ ਕੋਈ ਨਹੀਂ ਬਹੁਤ ਗੁਰੂ ਘਰ ਵਿੱਚ ਆਇਆ ਤੇ ਭੁੱਖਾ ਨਾ ਜਾਏ ਪਿਆਸਾ ਨਾ ਜਾਏ ਤੇ ਆਪਣੀ ਇਹੀ ਹੁੰਦੀ ਹੈ ਕਿ ਗੁਰੂ ਘਰ ਜੋ ਵੀ ਆਵੇ ਉਹਨੂੰ ਲੰਗਰ ਪ੍ਰਸ਼ਾਦੇ ਦੀ ਜਿੰਨੀ ਵੀ ਅਸੀਂ ਆਪਣੇ ਵੱਲੋਂ ਕਰ ਸਕਦੇ ਹਾਂ ਜੀ ਅਸੀਂ ਜ਼ਰੂਰਤ ਪੂਰੀ ਕਰਦੇ ਹਾਂ ਉਹਨਾਂ ਦੀ। ਸੰਧਾਲੀਆ ਸਾਹਿਬ ਮੈਨੂੰ ਇਹਦੇ ਵਿੱਚ ਹੋਰ ਲੱਗਾ ਸਾਨੂੰ ਇਹ ਕਨਸੈਪਟ ਮੈਨੂੰ ਲੱਗਦਾ ਘਰਾਂ 'ਚ ਲੈ ਕੇ ਜਾਣਾ ਚਾਹੀਦਾ ਕਈ ਵਾਰ ਕਹਿੰਦੇ ਚਾਹ ਹਰ ਵਾਰੀ ਮੈਂ ਹੀ ਬਣਾਵਾਂ ਮੈਂ ਹੀ ਥੋੜੀ ਚਾਹ ਬਣਾਉਣੀ ਹੈ ਇਹ ਮੈਨੂੰ ਲੱਗਦਾ ਕਿ ਸ਼ਾਂਤੀ ਬਹੁਤ ਇਹਨਾਂ ਦੇ ਅੰਦਰ ਮਿਲਦੀ ਹੈ ਘਰਾਂ 'ਚ ਵੀ ਸ਼ਾਂਤੀ ਹੋ ਸਕਦੀ ਹੈ ਸਾਰੀ ਚੀਜ਼ ਨਾਲ ਸ਼ਾਂਤੀ ਹੋ ਸਕਦੀ ਹੈ ਤਾਂ ਮੈਨੂੰ ਲੱਗਦਾ ਆਪਾਂ ਅੱਗੇ ਵੀ ਗੱਲਬਾਤ ਕਰ ਲਈਏ ਹੁਣ ਆਪਣੇ ਨਾਲ ਅੱਗੇ ਇੱਥੋਂ ਦੇ ਮੋਹਤਬਾਰ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਇੱਥੇ ਆਇਆ ਨੂੰ ਕਿਉਂਕਿ ਤੁਸੀਂ ਇੱਥੇ ਪੱਕੇ ਨਹੀਂ ਰਹਿੰਦੇ ਇਹ ਮੈਨੂੰ ਪਤਾ ਥੋੜੇ ਚਿਰ ਬਾਅਦ ਆਉਂਦੇ ਜਾਂਦੇ ਰਹਿੰਦੇ ਹੋ ਪਰ ਆਹ ਸ਼ਹਿਰ ਤੇ ਪੰਜਾਬ ਤੋਂ ਇੱਥੇ ਆ ਕੇ ਕਿੰਨੀ ਕੁ ਸ਼ਾਂਤੀ ਮਹਿਸੂਸ ਹੁੰਦੀ ਹੈ? ਇੱਥੇ ਆ ਕੇ ਬਹੁਤ ਸਾਨੂੰ ਇਹ 2008 ਦੇ ਵਿੱਚ ਬੇਟਾ ਆਇਆ ਸੀ 2012 ਚ ਮੈਂ ਆਇਆ ਜਦੋਂ ਤੁਸੀਂ ਆਏ ਅਸੀਂ ਇੱਥੇ ਬਹੁਤ ਜ਼ਿਆਦਾ ਸਪੁੰਨ ਮਿਲਿਆ ਬਹੁਤ ਵਧੀਆ ਜਿਹੜਾ ਇਹ ਸ਼ਹਿਰ ਹੈ ਬਹੁਤ ਵਧੀਆ ਜਿਵੇਂ ਲੁਧਿਆਣਾ ਤੇ ਚੰਡੀਗੜ੍ਹ ਹੈ ਉਹਨਾਂ ਫਰਕ ਹੈ ਵੀ ਜਿਹੜਾ ਇੱਥੇ ਆ ਜਾਂਦਾ ਉਹਦਾ ਦਿਲ ਨਹੀਂ ਕਰਦਾ ਇੱਥੋਂ ਜਾਣ ਤੇ ਰਹਿਸ਼ ਪੱਖੋਂ ਸਾਰੇ ਪੱਖੋਂ ਇੱਕ ਜਿੰਨੇ ਵੀ ਪ੍ਰੇਮ ਆਸ਼ਿਆਂ ਤੇ ਅਸੀਂ ਧੰਨਵਾਦੀ ਹਾਂ ਜਿਹੜੇ ਆ ਮੇਰੇ ਭਰਾ ਆਏ ਨੇ ਅਸੀਂ ਬਹੁਤ ਧੰਨਵਾਦੀ ਹਾਂ ਜਿਹੜਾ ਇਹ ਤੁਸੀਂ ਲੈ ਰਹੇ ਹੋ ਤੇ ਅੱਗੇ ਵਧਣ ਵਾਲੀ ਗੱਲ ਇਹ ਆ ਵੀ ਇੱਥੇ ਗੁਰਦੁਆਰੇ ਦੇ ਬਹੁਤ ਜਗ੍ਹਾ ਬਹੁਤ ਸਾਰੇ ਪਿਆਰ ਦਿੰਦੇ ਨੇ ਕੋਈ ਕਰਪਸ਼ਨ ਨਹੀਂ ਕੋਈ ਕਿਸੇ ਨਾਲ ਲੜਾਈ ਨਹੀਂ ਕੋਈ ਝਗੜਾ ਨਹੀਂ ਬਹੁਤ ਵਧੀਆ ਸਾਰੇ ਕੰਮ ਕਾਰ ਨੇ ਬੜੀ ਮਾਲਕ ਦੀ ਕਿਰਪਾ ਜੀ। ਸੋ ਇਹ ਪਿੰਡਰ ਸਾਹਿਬ ਨੇ ਜੀ ਪਿੰਡਰ ਸਾਹਿਬ ਦਾ ਇੱਥੇ ਕਾਰੋਬਾਰ ਹੈ ਟਰਾਂਸਪੋਰਟ ਦਾ ਬਾਕੀ ਹੋਰ ਵੀ ਕੰਮ ਧੰਦੇ ਨੇ ਤੇ ਅਸੀਂ ਇਹਨਾਂ ਦੇ ਕੋਲ ਆਏ ਵੀ ਸੀ ਰੁਕੇ ਵੀ ਸੀ ਕੱਲ ਸਾਡਾ ਡਰੋਨ ਵੀ ਫਸ ਗਿਆ ਸੀ ਇੱਕ ਰੁੱਖ ਦੇ ਉੱਪਰ ਉੱਲੂ ਦੇ ਆਲਣੇ 'ਚ ਉਹ ਇਹਨਾਂ ਦੀ ਸਕੀਮ ਦੇ ਨਾਲ ਨਿਕਲਿਆ ਸੀ ਮੈਂ ਉਹ ਦੱਸਦਿਆਂ ਤੁਹਾਨੂੰ ਸ਼ਾਇਦ ਚੇਤਾ ਆ ਗਿਆ ਹੋਵੇ ਬਹੁਤ ਧੰਨਵਾਦ। ਅੱਗੇ ਆਪਾਂ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਮੈਨੂੰ ਇਹ ਦੱਸਿਓ ਕਿ ਜਦੋਂ ਇੱਥੇ ਆਏ ਆ ਤੇ ਤੁਹਾਡੀ ਇੱਕ ਗੱਲੋਂ ਤਾਰੀਫ ਕੀਤੀ ਕਿ ਬਾਬਾ ਜੀ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਆਪਾਂ ਜਦੋਂ ਮੋਸਟਲੀ ਵੈਸੇ ਕਹਿਣਾ ਨਹੀਂ ਚਾਹੀਦਾ ਪਰ ਜਦੋਂ ਆਪਾਂ ਕੋਈ ਧਾਰਮਿਕ ਸੇਵਾ ਨਿਭਾਉਣੀ ਹੁੰਦੀ ਨਾ ਤਾਂ ਬੰਦਾ ਸੋਚ ਲੈਂਦਾ ਵੀ ਬਸ ਬੇਸਿਕ ਪੰਜਾਬੀ ਦੀ ਪੜ੍ਹਾਈ ਆਉਣੀ ਚਾਹੀਦੀ ਐਡੀ ਕਿਹੜੀ ਗੱਲ ਆ ਆਪਾਂ ਗੁਰਬਾਣੀ ਉਹ ਕੰਠ ਹੋਵੇ ਜਾਂ ਅੱਗੇ ਬੰਦਾ ਕਥਾ ਕਰਨ ਜੋਗਾ ਹੋਵੇ ਪਰ ਜਿਹੜੀ ਤੁਹਾਡੇ ਕੋਲੇ ਨੌਲੇਜ ਆ ਉਹ ਤੁਹਾਡੇ ਇਸ ਪ੍ਰੋਫੈਸ਼ਨ 'ਚ ਕਿੰਨੀ ਕੰਮ ਆਉਂਦੀ ਆ? ਦਰਅਸਲ ਜਿਹੜੀ ਸਿੱਖਿਆ ਆ ਉਹ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਂਦੀ ਹੈ। ਬਾਣੀ ਕਹਿੰਦੀ ਹੈ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਤੁਹਾਡੇ ਕੋਲ ਵਿਦਿਆ ਦਾ ਹੁਨਰ ਹੈ
ਇਟ ਡਸਨਟ ਮੈਟਰ ਕਿ ਤੁਸੀਂ ਰਿਲੀਜੀਅਸ ਫੀਲਡ ਦੇ ਵਿੱਚ ਜਾਂਦੇ ਹੋ ਜਾਂ ਕਿਸੇ ਬਿਜ਼ਨਸ ਲੈਵਲ ਤੇ ਜਾਂਦੇ ਹੋ ਜਾਂ ਕਿਸੇ ਦੂਸਰੇ ਪ੍ਰੋਫੈਸ਼ਨ ਦੇ ਵਿੱਚ ਜਾਂਦੇ ਹੋ, ਪਰ ਮੇਰੇ ਵਾਸਤੇ ਇਹ ਜ਼ਰੂਰੀ ਸੀ ਕਿ ਖਾਸ ਕਰ ਇਸ ਵੈਸਟਰਨ ਵਰਲਡ ਦੇ ਵਿੱਚ ਜਿੱਥੇ ਤੁਸੀਂ ਦੇਖਦੇ ਹੋ ਕਿ ਹਰ ਇੱਕ ਯੰਗਸਟਰ ਦੇ ਫਾਈਂਡ ਸਮ ਲੌਜਿਕ ਵਾਈ ਸ਼ੁੱਡ ਵੀ ਬੀ ਇਨ ਦਾ ਗੁਰਦੁਆਰਾ। ਅਸੀਂ ਗੁਰਦੁਆਰੇ ਕੀ ਜੇ ਵੀ ਡੋਂਟ ਅੰਡਰਸਟੈਂਡ ਵਾਟਸ ਹੈਪਨਿੰਗ देयर, ਯੂ ਨੋ। ਸੋ ਜਦੋਂ ਤੁਸੀਂ ਉਹਨਾਂ ਦੀ ਲੈਂਗੁਏਜ ਉਹਨਾਂ ਦੇ ਨਾਲ ਕਮਿਊਨੀਕੇਟ ਕਰਦੇ ਹੋ ਦੇ ਐਕਸੈਪਟ ਕਿ ਵੀ ਆਰ ਇੰਗੇਜਡ ਐਂਡ ਵੀ ਆਰ ਵੈਲਕਮ ਹੇਅਰ। ਤੋ ਉਸ ਚੀਜ਼ ਨੂੰ ਧਿਆਨ ਰੱਖਦੇ ਹੋਇਆ ਮੈਂ ਸਾਰੇ ਕੰਮ ਛੱਡ ਕੇ ਕਲੈਰੀਕਲ ਜੌਬ ਛੱਡ ਕੇ ਮੈਂ ਕਿਹਾ ਨਹੀਂ, ਮੈਂ ਗੁਰੂ ਘਰ ਦੀ ਲਾਈਨ ਵਿੱਚ ਜਾਣਾ ਹੈ ਜਿੱਥੇ ਮੈਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਸਕਾਂ। ਔਰ ਖਾਸ ਕਰ ਮੇਰਾ ਟਾਰਗੇਟ ਹੁੰਦੇ ਨੇ ਯੰਗਸਟਰ ਜਿਹੜੇ ਗੁਰੂ ਘਰਾਂ ਤੋਂ ਦੂਰ ਹੁੰਦੇ ਜਾ ਰਹੇ ਨੇ। ਸੋ ਉਹਨਾਂ ਨੂੰ ਕਿਸੇ ਤਰ੍ਹਾਂ ਇੰਗੇਜ ਕਰਨਾ ਗੁਰੂ ਘਰ ਦੇ ਨਾਲ, ਉਹ ਬਹੁਤ ਜ਼ਿਆਦਾ ਮੇਰਾ ਫੋਕਸ ਰਹਿੰਦਾ ਉਹਦੇ ਤੇ। ਇਹ ਗੱਲ ਮੇਰਾ ਛੇੜਨ ਦਾ ਮੁੱਖ ਕਾਰਨ ਇਹੀ ਸੀ। ਮੇਰਾ ਖਿਆਲ ਤੁਸੀਂ ਜਦੋਂ ਬਾਬਾ ਜੀ ਬੋਲੇ ਨੇ ਜਾਂ ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਤੋਂ ਆਈਡੀਆ ਲਾ ਲਿਆ ਹੋਣਾ। ਇੱਕ ਗੱਲ ਦੱਸਿਓ ਕਿ ਜਿਹੜੀ ਆਪਣੀ ਇੱਥੇ ਪੀੜ੍ਹੀ ਪਹਿਲੀ ਰਹਿੰਦੀ ਆ, ਜਦੋਂ ਉਹਨਾਂ ਦੇ ਹੁਣ ਗਾਂਹ ਵਾਲੇ ਬੱਚੇ ਨੇ ਉਹ ਕਈ ਵਾਰ ਫਿਕਰਮੰਦ ਹੋ ਜਾਂਦੇ ਆ ਵੀ ਅਸੀਂ ਉਹਨਾਂ ਨੂੰ ਕਿਵੇਂ ਗੁਰੂ ਘਰਾਂ ਨਾਲ ਜੋੜ ਕੇ ਰੱਖੀਏ। ਇੱਥੇ ਤੁਸੀਂ ਉਹਦੇ ਲਈ ਕੀ ਪ੍ਰਬੰਧ ਕਰ ਰਹੇ ਹੋ ਤੇ ਹੋਰ ਆਲ ਓਵਰ ਕੈਨੇਡਾ ਕੀ ਕਰਨ ਦੀ ਲੋੜ ਹੈ? ਆਟਵਾ ਸਿੱਖ ਸੁਸਾਇਟੀ ਨੇ ਇੱਕ ਬਹੁਤ ਵੱਡਾ ਉਪਰਾਲਾ ਛੇੜਿਆ ਹੋਇਆ ਜਿਹੜਾ ਕਿ ਇੱਥੇ ਜਦੋਂ ਇਹਨਾਂ ਦੀ ਵਰਕਿੰਗ ਲੌਬੀ ਚੁਣੀ ਜਾਂਦੀ ਹੈ, ਮੈਨੇਜਮੈਂਟ ਕਮੇਟੀ ਚੁਣਦੇ, ਉਹਦੇ ਵਿੱਚ ਇੱਕ ਡਾਇਰੈਕਟਰ ਜੋ ਹੁੰਦਾ ਉਹ ਸਪੈਸ਼ਲ ਹੁੰਦਾ ਯੂਥ ਦੇ ਲਈ, ਉਹਨੂੰ ਡਾਇਰੈਕਟਰ ਆਫ ਯੂਥ ਕਹਿੰਦੇ ਆ। ਉਹਨਾਂ ਦਾ ਕੰਮ ਹੈ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਕਿਸ ਤਰ੍ਹਾਂ ਗੁਰੂ ਘਰ ਨਾਲ ਜੁੜਿਆ ਜਾਵੇ। ਇਸ ਸੰਬੰਧ ਦੇ ਵਿੱਚ ਆਟਵਾ ਸਿੱਖ ਸੁਸਾਇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਇੱਥੇ ਇੱਕ ਪੰਜਾਬੀ ਸਕੂਲ ਚਲਾਇਆ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ 8th ਗ੍ਰੇਡ ਤੱਕ ਜਿੱਥੇ ਪੰਜਾਬੀ ਦੇ ਨਾਲ ਜੁੜਿਆ ਜਾਂਦਾ ਹੈ, ਪੰਜਾਬੀਅਤ ਦੇ ਨਾਲ ਜੁੜਿਆ ਜਾਂਦਾ ਹੈ, ਪੰਜਾਬ ਦੀ ਜੀਵਨ ਸ਼ੈਲੀ ਨਾਲ ਜੁੜਿਆ ਜਾਂਦਾ। ਉੱਥੇ ਧਾਰਮਿਕ ਚੀਜ਼ਾਂ ਵੀ ਇਹਨਾਂ ਨੂੰ ਸਿਖਾਈ ਜਾਂਦੀਆਂ ਨੇ ਕਿ ਗੁਰਦੁਆਰੇ 'ਚ ਅਸੀਂ ਕਿਉਂ ਆਉਣਾ ਹੈ, ਸਾਡਾ ਅਮੁੱਲਾ ਵਿਰਸਾ ਕੀ ਹੈ, ਸਾਡਾ ਅਮੁੱਲਾ ਇਤਿਹਾਸ ਕੀ ਹੈ। ਅਤੇ ਉਸ ਤੋਂ ਨਾਲ ਮਿਊਜ਼ਿਕ ਸਕੂਲ ਹੈਗਾ ਜਿੱਥੇ ਅਸੀਂ ਬੱਚਿਆਂ ਨੂੰ ਕੀਰਤਨ ਕਲਾਸਾਂ ਸਿਖਾਉਂਦੇ ਹਾਂ। ਕੋਵਿਡ ਦੇ ਦੌਰਾਨ ਜਦੋਂ ਸਾਰਾ ਕੁਝ ਲੋਕਡਾਊਨ ਸੀ, ਸਾਡੀਆਂ ਕੀਰਤਨ ਕਲਾਸਾਂ ਬੰਦ ਨਹੀਂ ਹੋਈਆਂ, ਸਾਡਾ ਪੰਜਾਬੀ ਸਕੂਲ ਵਰਚੁਅਲ ਚੱਲਿਆ, ਕੀਰਤਨ ਕਲਾਸਾਂ ਡੇਲੀ ਵਰਚੁਅਲ ਚੱਲੀਆਂ। ਇਹ ਆਟਵਾ ਦਾ ਕ੍ਰੈਡਿਟ ਗੋਜ਼ ਟੂ ਆਟਵਾ ਸਿੱਖ ਸੁਸਾਇਟੀ ਬਿਕੋਜ਼ ਦੇ ਆਰ ਫੋਕਸਡ ਔਨ ਇਟ ਕਿ ਅਸੀਂ ਯੰਗਸਟਰ ਨੂੰ, ਯੰਗ ਬੱਚਿਆਂ ਨੂੰ ਗੁਰੂ ਘਰ ਜੋੜਨਾ ਬਿਕੋਜ਼ ਦੇ ਆਰ ਦਾ ਫਿਊਚਰ। ਜੇ ਉਹ ਗੁਰੂ ਘਰ ਨਾਲ ਟੁੱਟ ਜਾਣਗੇ ਤੇ ਫਿਰ ਸਾਡੇ ਗੁਰਦੁਆਰੇ ਬਣਾਉਣੇ ਕਿਸੇ ਫਾਇਦੇ ਲਾਹੇਵੰਦ ਨਹੀਂ ਰਹਿਣਗੇ ਸਾਡੇ ਵਾਸਤੇ। ਇਹ ਜਿਹੜਾ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਅੰਗਰੇਜ਼ੀ ਆ ਜਾਂਦੀ ਆ ਜਾਂ ਤੁਸੀਂ ਇਹਦਾ ਕਿਹਾ ਕਿ ਵੀ ਯੰਗਸਟਰਸ ਦੇ ਨਾਲ ਜੇ ਆਪਾਂ ਕਮਿਊਨੀਕੇਟ ਕਰਨਾ ਤੇ ਆਪਾਂ ਨੂੰ ਉਹਨਾਂ ਦੀ ਬੋਲੀ ਥੋੜ੍ਹੀ ਜਿਹੀ ਨਾਲ ਬੋਲਣੀ ਪਊਗੀ, ਇਹ ਕਿੰਨਾ ਕੁ ਉਹਨਾਂ ਦੇ ਉੱਪਰ ਅਸਰ ਪਾਉਂਦੀ ਹੈ ਚੀਜ਼? ਬਹੁਤ ਜ਼ਿਆਦਾ ਜੀ, ਬਹੁਤ ਪੋਜ਼ਿਟਿਵ ਰਿਸਪੌਂਸ ਮਿਲਦੇ ਆ ਤੇ ਉਹ ਕਹਿੰਦੇ ਵੀ ਕਿ ਬਾਬਾ ਜੀ ਸਾਨੂੰ ਲੱਗਦਾ ਵੀ ਅਸੀਂ ਆਏ ਆ ਤੇ ਸਾਡੀ ਲੈਂਗੁਏਜ ਵਿੱਚ ਅਗਰ ਗੱਲ ਹੋ ਰਹੀ ਹੈ ਤੇ ਵੀ ਆਰ ਕਨੈਕਟਡ, ਦੈਨ ਵੀ ਕਨੈਕਟ ਦੈਮ ਵਿਦ ਪੰਜਾਬੀ। ਜਦੋਂ ਅਸੀਂ ਇੱਕ ਵਾਰ ਉਹ ਇੰਗਲਿਸ਼ ਦੇ ਨਾਲ ਅਟੈਚ ਹੋ ਕੇ ਗੁਰੂ ਘਰ ਆਉਣਾ ਸ਼ੁਰੂ ਹੁੰਦੇ, ਅਸੀਂ ਕਹਿੰਦੇ ਵੀ ਚਲੋ ਪੰਜਾਬੀ ਸਕੂਲ 'ਚ ਆਪਣੀ ਮਾਂ ਬੋਲੀ ਦਾ ਲੜ ਫੜੋ। ਜੇ ਮਾਂ ਬੋਲੀ ਨਹੀਂ ਤੇ ਤੁਹਾਡੀ ਕੋਈ ਹੋਂਦ ਨਹੀਂ ਰਹਿ ਜਾਂਦੀ। ਸੋ ਉਹ ਮਾਂ ਬੋਲੀ ਬਹੁਤ ਜ਼ਰੂਰੀ ਹੈ। ਹੋਰ ਬੋਲੀਆਂ ਬੋਲਣੀਆਂ ਮੁਬਾਰਕ ਨੇ, ਬੋਲਣੀਆਂ ਚਾਹੀਦੀਆਂ ਨੇ, ਬਟ ਮਾਂ ਬੋਲੀ ਜੇ ਮਾਂ ਛੱਡਤੀ ਤੇ ਤੁਸੀਂ ਅਨਾਥ ਹੋ ਗਏ। ਉਹ ਬਹੁਤ ਜ਼ਰੂਰੀ ਹੈ ਮਾਂ ਬੋਲੀ ਨੂੰ ਫੜ ਕੇ ਰੱਖਣਾ। ਜਿਵੇਂ ਕਿ ਪ੍ਰਾਈਮ ਏਸ਼ੀਆ ਨੇ ਪੂਰਾ ਪੰਜਾਬ, ਪੰਜਾਬੀਅਤ ਅਤੇ ਪੰਜਾਬ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਵਾਸਤੇ ਕੰਮ ਕਰ ਰਿਹਾ ਨਾ। ਪੰਜਾਬੀਅਤ ਨੂੰ ਇੱਕ ਸਟੇਜ ਤੇ, ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਕੋਸ਼ਿਸ਼ ਹੈ। ਸੋ ਮੁਬਾਰਕ ਹੈ ਤੁਹਾਨੂੰ ਇਸ ਗੱਲ ਦੀ। ਬਹੁਤ ਧੰਨਵਾਦ ਜੀ। ਸੋ ਮੇਰਾ ਖਿਆਲ ਹੈ ਕਿ ਇਹਦੇ ਤੋਂ ਤੁਸੀਂ ਆਈਡੀਆ ਲਾ ਲਿਆ ਹੋਣਾ ਕਿ ਵੀ ਜਿਹੜੀ ਗੱਲ ਉਹਨਾਂ ਨੇ ਸ਼ੁਰੂ ਕੀਤੀ ਕਿ ਵੀ ਜੇ ਆਪਣੇ ਯੰਗਸਟਰ ਅੱਜ ਕੱਲ੍ਹ ਅੰਗਰੇਜ਼ੀ ਭਾਸ਼ਾ 'ਚ ਨੇ ਜਾਂ ਜ਼ਿਆਦਾ ਕਮਿਊਨੀਕੇਟ ਕਰਦੇ ਨੇ, ਉਹਨਾਂ ਨੂੰ ਅੰਗਰੇਜ਼ੀ ਨਾਲ ਪਹਿਲਾਂ ਜੋੜ ਲਓ ਤੇ ਉਸ ਤੋਂ ਬਾਅਦ ਫਿਰ ਆਪਣੀ ਅਸਲ ਮਾਂ ਬੋਲੀ ਦੇ ਨਾਲ ਜਾਣ ਕੇ ਜੋੜ ਦਿਓ। ਜੀ ਬਾਠ ਸਾਹਿਬ ਕੀ ਕਹੋਗੇ? ਮੈਨੂੰ ਤਾਂ ਬਹੁਤ ਚੰਗਾ ਲੱਗਾ ਕਿਉਂਕਿ ਇਸੇ ਚੀਜ਼ ਦੀ ਲੋੜ ਹੈ। ਕਿਉਂਕਿ ਆਪਣੀਆਂ ਬਿਲਡਿੰਗਾਂ ਭਾਵੇਂ ਛੋਟੀਆਂ ਰਹਿ ਜਾਣ, ਲੰਗਰ ਦੇ ਵਿੱਚ ਭਾਵੇਂ ਇੱਕ ਸਬਜ਼ੀ ਜਾਂ ਇੱਕ ਦਾਲ ਘੱਟ ਬਣ ਜੇ, ਪਰ ਜਿਹੜੀ ਨਵੀਂ ਪੀੜ੍ਹੀ ਹੈ ਜੇ ਉਹ ਸਾਡੇ ਨਾਲ ਜੁੜ ਗਈ ਤਾਂ ਸਮਝ ਲਓ ਕਿ ਅਸੀਂ ਸਾਰਾ ਕੁਝ ਹੀ ਜਿਹੜਾ ਉਹ ਸਾਂਭ ਲਿਆ। ਤੇ ਮੈਨੂੰ ਬਾਬਾ ਜੀ ਦੀ ਗੱਲ ਬਹੁਤ ਚੰਗੀ ਲੱਗੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਲੈਕ ਕਰਦੀਆਂ ਸੀ, ਕਮੀਆਂ ਸੀ ਜਿੱਥੇ, ਉਹ ਇਦਾਂ ਦਾ ਕਨਸੈਪਟ ਲੈ ਕੇ ਦੂਰ ਹੋਣਗੀਆਂ। ਹੁਣ ਮੈਨੂੰ ਲੱਗਦਾ ਪ੍ਰਬੰਧਕਾਂ ਦੇ ਨਾਲ ਵੀ ਗੱਲ ਬਿਲਕੁਲ ਉਹਨਾਂ ਨਾਲ ਗੱਲ ਕਰੀਏ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਮੁੱਖ ਸੇਵਾਦਾਰ ਹੋ ਗੁਰੂ ਘਰ ਦੇ। ਮੈਂ ਸਭ ਤੋਂ ਪਹਿਲਾਂ ਤੇ ਇਹ ਜ਼ਰੂਰ ਪੁੱਛਣਾ ਚਾਹੁੰਦਾ ਜਾਂ ਜਾਣਨਾ ਚਾਹੁੰਦਾ ਕਿ ਆਮ ਤੌਰ ਦੇ ਉੱਤੇ ਅਸੀਂ ਸੁਣਦੇ ਹੁੰਦੇ ਆ ਕਿ ਭਾਈ ਵੋਟਾਂ ਪੈਣੀਆਂ, ਸਲੇਟਾਂ ਨੇ, ਪ੍ਰਚਾਰ ਹੁੰਦੇ ਆ, ਵੋਟਾਂ ਬਣਾਈਆਂ ਜਾਂਦੀਆਂ, ਫਿਰ ਚਰਚਾ ਚੱਲਦੀ ਹੁੰਦੀ ਆ ਜੀ ਵੋਟਾਂ ਗਲਤ ਬਣ ਗਈਆਂ, ਇੱਦਾਂ ਬਣ ਗਈਆਂ, ਝਗੜੇ ਵੀ ਹੁੰਦੇ ਆ। ਪਰ ਆਟਵਾ ਦੇ ਗੁਰੂ ਘਰ ਦੇ ਵਿੱਚ ਅਜੇ ਪਿਛਲੇ ਮਹੀਨੇ ਹੀ ਪਿਛਲੀ ਕਮੇਟੀ ਨੇ ਕੰਮ ਛੱਡਿਆ, ਨਵੀਂ ਕਮੇਟੀ ਨੇ ਕੰਮ ਸਾਂਭਿਆ। ਕਿਹੋ ਜਿਹਾ ਮਾਹੌਲ ਸੀ? ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਪ੍ਰਾਈਮ ਏਸ਼ੀਆ ਦੇਖ ਰਹੇ ਸਾਰੀ ਕੈਨੇਡਾ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਹੀ ਧੰਨਵਾਦੀ ਹਾਂ ਸਾਰੀ ਪ੍ਰਾਈਮ ਏਸ਼ੀਆ ਟੀਮ ਜਿਹੜੀ ਇੱਥੇ ਪਹੁੰਚੀ, ਸਾਡੇ ਕੋਲ ਅੱਜ ਲੈ ਕੇ ਆਏ ਆ। ਬਹੁਤ ਸਾਨੂੰ ਲੋੜ ਵੀ ਸੀ ਇਹਨਾਂ ਦੀ ਫਿਊਚਰ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਪੁੱਛਿਆ ਸਵਾਲ ਜੀ, ਸੰਗਤ ਇੱਥੇ ਬਹੁਤ ਹੀ ਸੁਲਝੀ ਹੋਈ ਆ ਜੀ। ਬਹੁਤ ਗੌਰਮੈਂਟ ਦੀਆਂ ਜੋਬਾਂ ਹੈਗੀਆਂ, ਹਾਈ ਲੈਵਲ ਦੀਆਂ ਜੋਬਾਂ, ਸਾਰੀ ਸੰਗਤ ਪੜ੍ਹੀ ਲਿਖੀ ਆ। ਮੈਂ 82 ਦੇ ਵਿੱਚ ਕੈਨੇਡਾ 'ਚ ਆਇਆ ਸੀਗਾ ਜੀ। 85 ਦੇ ਵਿੱਚ ਮੈਂ ਇੱਥੇ ਤੋਂ ਹੀ ਹਾਂ। ਗੁਰਦੁਆਰਾ 82 ਸ਼ੁਰੂ ਹੋਇਆ ਸੀ ਬਣਨਾ ਇਹ।
ਸੰਗਤ ਬਹੁਤ ਘੱਟ ਹੋਣ ਕਰਕੇ ਅਸੀਂ ਇੱਥੇ ਆਪਣੇ ਮੌਂਟਰੀਅਲ ਵੀ ਗਏ, ਸਾਡੇ ਕੋਲ ਸੇਵਨ ਵਾਸਤੇ ਗਏ ਸੀਗੇ। ਇਸ ਤਰ੍ਹਾਂ ਸੇਵਾ 'ਚ ਸੰਗਤ ਬਹੁਤ ਮਤਲਬ ਕਦੇ ਵੀ ਸਾਨੂੰ ਪ੍ਰੋਬਲਮ ਨਹੀਂ ਇੱਦਾਂ ਸੰਗਤ ਚੋਣ ਨੂੰ, ਸੰਗਤ ਦੇਖ ਲੈਂਦੀ ਹੈ ਜੀ। ਐਤਕੀ ਕਿੱਦਾਂ ਚੋਣ ਹੋਈ? ਇਸ ਤਰ੍ਹਾਂ ਜੀ ਸਭ ਆਪਣੇ ਇੱਥੇ ਹੈਗੇ ਸਾਡੇ 20 ਬੰਦੇ ਕਮੇਟੀ ਬਣੀ ਸੀਗੀ। ਵੋਟਾਂ ਪਈਆਂ? ਨਹੀਂ, ਉਹ ਵੈਸੇ ਚੋਂ ਸੰਗਤ ਨੇ ਚੁਣੀ ਸੀ ਵੀ ਕਿੰਨੀ ਆਪਣੀ ਟੀਮ ਦੀ ਸਿਲੈਕਸ਼ਨ ਕਰੂਗੀ। 20 ਬੰਦੇ। ਠੀਕ ਹੈ ਜੀ। ਤੇ 20 ਬੰਦਿਆਂ ਦੇ ਵਿੱਚ ਬਲੀਵ ਕਰਿਓ ਗੁਰੂ ਘਰ ਦੇ ਸਾਹਮਣੇ ਖੜੇ ਆ, ਮੈਨੂੰ ਪਤਾ ਨਹੀਂ ਸੀਗਾ ਜੀ। ਮੇਰਾ ਨਾਮ ਦੇ ਦਿੱਤਾ ਇੱਕ ਪੁਰਾਣੇ ਪ੍ਰਧਾਨ ਨੇ ਵੀ ਉਹਨੂੰ ਪੁੱਛਦੇ ਆ ਜੀ ਪਹਿਲਾਂ ਅਸੀਂ। ਅੱਛਾ ਜੀ। ਹਾਂਜੀ, ਉਹਨਾਂ ਨੇ ਮੇਰਾ ਬੀਹਾਂ ਨੇ ਮੋਹਰ ਲਾਈ ਵੀ ਹਾਂ ਜੀ ਉਹਨੂੰ ਲੈ ਜੀ ਆਉਣ ਤਾਂ ਬਹੁਤ ਖੁਸ਼ੀ ਦੀ ਗੱਲ ਜੀ। ਤੇ ਉਹਨੇ ਮੈਨੂੰ ਫੋਨ ਕੀਤਾ, ਫਿਰ ਇਹਨੇ ਸੰਗਤ ਨੇ ਉਹਨਾਂ ਨੇ ਬੀਹਾਂ ਦੇ ਵਿੱਚ ਇੱਕ ਨੇ ਫੋਨ ਡਿਊਟੀ ਲਈ ਤੁਸੀਂ ਪੁੱਛੋ ਉਹਨੂੰ ਵੀ ਆ ਰਹੇ ਆ ਜੀ। ਮੈਂ ਕਿਹਾ ਸਾਰੀ ਸੰਗਤ ਚਾਹੁੰਦੇ ਤੇ ਅਸੀਂ ਸੇਵਾ ਸਾਂਭ ਲਾਂਗੇ ਜੀ। ਬਿਲਕੁਲ ਠੀਕ ਹੈ। ਤੇ ਉਸੇ ਤਰ੍ਹਾਂ ਹੀ ਸਾਡਾ ਸਾਰੀ ਸੰਗਤ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀ ਸਿਲੈਕਸ਼ਨ ਹੋਈ ਆ ਤੇ ਹੁਣ ਆਸ ਕਰਦੇ ਆ ਸਾਰੀ ਸੰਗਤ ਕੋਲੋਂ ਵੀ, ਸਾਰੇ ਕੈਨੇਡਾ ਦੀ ਸੰਗਤ ਕੋਲੋਂ ਵੀ ਸਾਨੂੰ ਫਿਊਚਰ ਕਾਫੀ ਪ੍ਰੋਗਰਾਮ ਸਾਡੇ ਚੱਲ ਰਹੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੈ ਜੀ। ਅੱਛਾ, ਲੰਗਰ ਪ੍ਰਸ਼ਾਦੇ ਹਫਤੇ ਬਾਅਦ ਬਣਦੇ ਆ, ਸ਼ਨੀਵਾਰ ਐਤਵਾਰ ਜਾਂ ਪ੍ਰਸ਼ਾਦਾ ਲੰਗਰ ਜਿਹੜਾ ਉਹ ਸਾਰਾ ਹਫਤਾ ਚੱਲਦਾ, ਉਹ ਜ਼ਰੂਰ ਦੱਸਿਓ ਵਰਕਿੰਗ ਵੀ ਹਾਂ। ਪਹਿਲਾਂ ਸੰਗਤ ਬਹੁਤ ਘੱਟ ਸੀ ਜੀ, ਪਹਿਲਾਂ 12 ਐਤਵਾਰ ਨੂੰ ਪ੍ਰੋਗਰਾਮ ਹੁੰਦੇ ਸੀਗੇ, ਵੀਕਡੇ 'ਚ ਬਹੁਤ ਘੱਟ ਸੀਗੇ। ਪਰ ਸੰਗਤ ਹੌਟਪੇ ਦੇ ਵਿੱਚ ਬਹੁਤ ਆਪਣੇ ਨਵੀਂ ਜਨਰੇਸ਼ਨ ਆ ਗਈ ਜੀ, ਪੜ੍ਹੇ ਲਿਖੇ ਮੁੰਡੇ ਬੇਸ ਤੇ ਆਏ ਆ, ਜਿਸ ਤਰ੍ਹਾਂ ਸਟੂਡੈਂਟ ਵੀਜ਼ੇ ਤੇ ਆਏ ਆ। ਤੇ 7 ਦਿਨ ਗੁਰੂ ਘਰ ਖੁੱਲ੍ਹਾ ਜੀ, ਹੁਣ 7 ਦਿਨ ਲੰਗਰ ਚੱਲਦਾ। ਸਾਡੇ ਸੇਵਾਦਾਰੀ ਹੈਗੇ ਆ ਇਸ ਤੇ ਵਕਤ ਆਪ ਲੰਗਰ ਦੇ ਇੰਚਾਰਜ, 7 ਦਿਨ ਲੰਗਰ ਬਣਾਉਂਦੇ ਜੀ। ਕੀ ਬਾਤ ਹੈ। ਹਾਂਜੀ, ਸਾਡੇ ਗੁਰੂ ਘਰ ਦੇ ਗ੍ਰੰਥੀ ਹੈਡ ਗ੍ਰੰਥੀ ਹੈਗੇ ਮਨਮੋਹਨ ਸਿੰਘ ਜੀ। ਇੰਨੇ ਤਕੜੀ ਸੇਵਾਦਾਰ ਜਿਹੜੇ ਅੰਦਰ ਡਿਊਟੀ ਨਿਭਾਉਂਦੇ ਆ ਜੀ। ਜੇ ਲੰਗਰ ਦੀ ਸੇਵਾ ਤੁਸੀਂ ਲੰਗਰ ਛਕ ਲਓ ਨਾ, ਤੁਸੀਂ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਮੈਂ ਦੇਖਿਆ ਜੀ, ਲੱਗੇ ਹੋ ਸੀ ਰਸੋਈ 'ਚ ਸਾਰੇ ਸੰਗਤ ਬਹੁਤ ਸੇਵਾ ਬਹੁਤ ਤਕੜੀ ਨਿਭਾ ਰਹੇ, ਸਾਰੇ ਸੱਤੇ ਲੰਗਰ ਹੀ ਫਿਕਰ ਰੱਖਦੇ ਸੰਗਤ ਦਾ ਵੀ ਲੰਗਰ ਘਟ ਗਿਆ ਤਾਂ ਪਹਿਲੇ ਤਿਆਰ ਕਰ ਦੇਣਾ ਜੀ ਇਹਨਾਂ ਨੇ। ਅਸੀਂ ਤੁਸੀਂ ਕਿਹਾ ਕਿ ਅਜੇ ਬਹੁਤ ਸਾਰੇ ਤੁਹਾਡੇ ਪ੍ਰੋਜੈਕਟ ਨੇ, ਉਹ ਪ੍ਰੋਜੈਕਟ ਨੇਪਰੇ ਚੜ੍ਹਨ, ਜਿੱਥੇ ਪ੍ਰਾਈਮ ਏਸ਼ੀਆ ਟੀਵੀ ਦੀ ਲੋੜ ਹੋਏਗੀ ਪ੍ਰਾਈਮ ਏਸ਼ੀਆ ਟੀਵੀ ਤਾਂ ਖੜਾ। ਪਰ ਸਭ ਤੋਂ ਵੱਡੀ ਗੱਲ, ਅਸੀਂ ਤੁਹਾਡਾ ਜਿਹੜਾ ਇਹ ਸਾਂਝੀਵਾਲਤਾ ਵਾਲਾ ਸੁਨੇਹਾ ਸਾਰੀ ਦੁਨੀਆ 'ਚ ਜਾਂਦਾ, ਉਹ ਜ਼ਰੂਰ ਬਰਕਰਾਰ ਰੱਖਿਓ। ਅਸੀਂ ਇਸ ਗੱਲ ਦੀ ਉਮੀਦ ਤੁਹਾਡੇ ਤੋਂ ਜ਼ਰੂਰ ਕਰਦੇ ਹਾਂ। ਕੋਸ਼ਿਸ਼ ਕਰਾਂਗੇ, ਸਾਡੀ ਸੰਗਤ ਅਜੇ ਤੱਕ ਤਾਂ ਕੋਈ ਇਦਾਂ ਦੀ ਹੈ ਨਹੀਂ ਕਿ ਫਿਊਚਰ ਦੇ ਵਿੱਚ ਵੀ ਗੱਲ ਸਾਨੂੰ ਮੈਂ ਦਾ ਵੀ ਅਸੀਂ 5-7 ਸਾਲਾਂ ਦੇ ਵਿੱਚ ਸਾਡਾ ਪਹਿਲਾਂ ਤਾਂ ਗੁਰੂ ਘਰ ਨਵਾਂ ਜਿਸ ਤਰ੍ਹਾਂ ਜ਼ਮੀਨ 3 ਏਕੜ ਲਈ ਆ ਪਿਛਲੀ ਕਮੇਟੀਆਂ ਨੇ ਜੀ। ਇੱਥੇ ਕੋਈ ਬਿਜ਼ਨਸਮੈਨ ਨਹੀਂ ਹੈ ਜੀ ਆੜਵੇ ਦੇ ਵਿੱਚ, ਸਾਰੇ ਗਵਰਨਮੈਂਟ ਦੀ ਜੋਬਾਂ ਕਰਨ ਵਾਲੇ ਜਾਂ ਪ੍ਰਾਈਵੇਟ ਆਪਣੇ ਵੀਰ ਹੈਗੇ ਟੈਕਸੀਆਂ ਛੋਟੇ ਕਾਰੋਬਾਰ, ਸਾਰਿਆਂ ਨੇ 33 ਲੱਖ ਦੀ ਜ਼ਮੀਨ ਦਾ ਸੌਦਾ ਕੀਤਾ ਜੀ। ਕੀ ਬਾਤ ਹੈ। 3 ਸਾਲ ਹੋਏ ਆ ਤੇ 15 ਲੱਖ ਲਾਲ ਮੋੜ ਦਿੱਤਾ ਜੀ। ਅੱਛਾ, ਮੋੜ ਦਿੱਤਾ, 15 ਲੱਖ ਮੋੜ ਪਹੁੰਚ ਗਏ ਜੀ। ਹਾਂਜੀ, ਸਿਰਫ ਹਰੇਕ ਵੀ ਗੁਰੂ ਘਰ 5000 ਕੇ ਜਿਸ ਵਿੱਚ ਸੰਗਤ ਨੇ ਸੇਵਾ ਕੀਤੀ ਆ ਜੀ। ਤੇ ਹੁਣ ਉਹ ਬਿਲਡਿੰਗ ਦਾ ਸਾਡਾ ਹੈਗਾ, ਪਹਿਲਾਂ ਮੇਨ ਸਾਡਾ ਬਿਲਡਿੰਗ ਦਾ ਪਾਰਕਿੰਗ ਲਾਟ ਬਣਾਉਣੀ ਆ ਆਉਣ ਦੇ ਟਾਈਮ ਦੇ ਵਿੱਚ। ਉਸ ਤੋਂ ਬਾਅਦ ਸੋਚ ਰਹੇ ਹਾਂ ਕਮਿਊਨਿਟੀ ਸੈਂਟਰ ਆਪਣਾ ਹੋਵੇ ਜੀ, ਤੇ ਆਪਣੇ ਫਿਊਨਰਲ ਹੋਵੇ ਸੋਚ ਰਹੇ ਹਾਂ ਔਨ ਲੌਂਗ ਟਰਮ ਦੇ ਵਿੱਚ। ਅਸੀਂ ਸੋਚ ਰਹੇ ਹਾਂ ਆਪਣੇ ਜਿਸ ਤਰ੍ਹਾਂ ਮਾਲਟਨ ਗੁਰੂ ਘਰ ਨੇ ਕੀਤਾ ਨਾ, ਸਾਡਾ ਹੈਗਾ ਰਾਦਾ ਪੰਜਾਬੀ ਸਕੂਲ ਚੱਲਦਾ ਜੀ ਉੱਥੇ। ਤੇ ਉਸ ਸਕੂਲ ਦੇ ਵਿੱਚੋਂ ਮੈਂ ਜਾਣ ਰਿਹਾ ਟੋਰਾਂਟੋ ਸਾਡੇ ਬਹੁਤ ਰਿਸ਼ਤੇਦਾਰ ਆ, ਗੁਰਦੁਆਰੇ ਬਹੁਤ ਬਣੇ ਆ ਜੀ। ਉਸ ਗੁਰੂ ਘਰ ਦੇ ਵਿੱਚੋਂ ਘੱਟੋ ਘੱਟ ਮੈਨੂੰ ਪਤਾ 25-30 ਬੱਚੇ ਆਪਣੇ ਅੰਮ੍ਰਿਤ ਛਕ ਕੇ ਕੇਸਰ ਰੱਖ ਕੇ ਨਿਕਲਦੇ ਆ, ਕਿਹਦੀ ਆਪਣੀ ਕਮਿਊਨਿਟੀ ਦੇਣ ਆ ਜੀ। ਹਾਂਜੀ, ਹਰੇਕ ਕਮੇਟੀ ਕੰਮ ਕਰਦੀਆਂ ਆਪਣੇ ਆਪਣੇ ਲੈਵਲ ਦੇ ਉੱਤੇ, ਵਧੀਆ ਕੰਮ ਕਰ। ਸਾਡਾ ਵੀ ਫਿਊਚਰ ਦੇ ਵਿੱਚ ਸੋਚ ਰਹੇ ਵੀ ਇੱਥੇ ਗੁਰਦੁਆਰਾ ਆਪਣੇ ਰਜਿਸਟਰ ਜਿਸ ਤਰ੍ਹਾਂ ਆਪਣੇ ਦੂਜੇ ਰੈਗੂਲਰ ਸਕੂਲ ਹੈਗੇ ਆ, ਉੱਦਾਂ ਸਕੂਲ ਬਣੇ, ਨਾਲ ਬੱਚੇ ਆਪਣੇ ਅੰਮ੍ਰਿਤ ਛਕ ਕੇ ਨਿਕਲਣ ਤੇ ਸਾਨੂੰ ਬਹੁਤ ਖੁਸ਼ੀ ਹੋਗੀ ਫਿਊਚਰ ਦੇ ਵਿੱਚ। ਸਾਡੀ ਇਹੀ ਮੇਰ ਹੈਗੀ ਆ, ਸੰਗਤ ਨੂੰ ਬੇਨਤੀ ਸਾਰਿਆਂ ਨੂੰ। ਬਹੁਤ ਮਿਹਰਬਾਨੀ ਜੀ, ਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਠੀਕ ਹੈ ਜੀ, ਤੁਸੀਂ ਸੁਣਾਓ। ਔਟਵਾ ਦੇ ਵਿੱਚ ਆਇਆਂ ਨੂੰ ਕਿੰਨੇ ਚਿਰ ਹੋ ਗਿਆ? ਮੈਨੂੰ ਜੀ ਕੋਈ 38 ਸਾਲ ਹੋ ਗਏ। ਅੱਛਾ, 38 ਸਾਲ ਪਹਿਲਾਂ ਇੱਥੇ ਕਿੰਨੇ ਕੁ ਪੰਜਾਬੀ ਸੀ, ਕਿੰਨਾ ਕੁ ਪੰਜਾਬੀ ਭਾਈਚਾਰਾ ਸੀ ਜੀ? ਇੱਥੇ ਕੋਈ ਗਿਣਤੀ ਮਿਣਤੀ ਦੇ ਹੀ ਸੀਗੇ ਪੰਜਾਬੀ ਭਾਈਚਾਰਾ। 5 ਸਾਲ ਨਹੀਂ ਜੀ, ਬਹੁਤ ਘੱਟ। ਅੱਛਾ ਜੀ। ਹਾਂਜੀ, ਮੇਰੇ ਖਿਆਲ ਆ ਵੀ 1000-1500 ਇੱਥੇ ਕਿ ਹੋਊਗਾ। ਅੱਛਾ, ਜਦੋਂ ਫਿਰ ਕੋਈ ਪੰਜਾਬੀ ਟੱਕਰ ਪੈਂਦਾ ਸੀ ਤਾਂ ਜੱਫੀ ਪਾ ਕੇ ਮਿਲਣ ਨੂੰ ਜੀ ਕਰਦਾ? ਇੱਥੇ ਇਕੱਠੇ ਹੋਈਦਾ ਜੀ ਗੁਰੂ ਘਰ। ਹਾਂਜੀ, ਠੀਕ ਹੈ ਹਾਂਜੀ। ਅੱਛਾ, ਜਦੋਂ 1982 ਦੇ ਵਿੱਚ ਇਹਨਾਂ ਨੇ ਦੱਸਿਆ ਕਿ ਗੁਰੂ ਘਰ ਸ਼ੁਰੂ ਹੋਇਆ, ਉਦੋਂ ਤੁਸੀਂ ਇੱਥੇ ਹੀ ਸੀਗੇ? ਨਹੀਂ ਜੀ, ਮੈਂ 85 ਚ ਆਇਆ। ਅੱਛਾ, ਜਨਵਰੀ 85 ਚ ਆਏ ਹੋ? ਨਹੀਂ, ਮੈਂ ਮੋਂਟੀ ਲੱਗ। ਅੱਛਾ, ਤੁਸੀਂ ਵੀ 85 ਚ ਆਏ ਹੋ? ਹਾਂਜੀ। ਠੀਕ ਹੈ ਜੀ। ਉਦੋਂ ਗੁਰੂ ਘਰ ਏਡਾ ਹੀ ਸੀ ਬਿਲਡਿੰਗ ਚ? ਨਹੀਂ ਜੀ, ਆ ਗੁਰੂ ਘਰ ਦੀ ਮੇਨ ਬਿਲਡਿੰਗ ਇਹ ਸੀਗੀ, ਆ ਜਿਹੜਾ ਆਪਣੇ ਹੁਣ ਲੰਗਰ ਹਾਲ ਆ ਜੀ, ਤੇ ਇਹ ਜਿਹੜਾ ਉੱਪਰ ਬਣਿਆ 2nd ਫਲੋਰ, ਇਹ ਸਾਰਾ ਅਸੀਂ ਦੁਆਰਾ 93 ਦੇ ਵਿੱਚ ਬਣਾਇਆ ਸੀ। 93 ਚ। ਅੱਛਾ, ਹੁਣ ਇਸ ਵੇਲੇ ਪੰਜਾਬੀ ਭਾਈਚਾਰਾ ਇੱਥੇ ਕਿੰਨਾ ਕੁ ਆ ਗਿਆ? ਨਵੇਂ ਵਿਦਿਆਰਥੀ ਇੱਥੇ ਆਉਂਦੇ ਆ, ਉਹਨਾਂ ਦੇ ਲਈ ਕਿੰਨਾ ਕੁ ਸਕੋਪ ਆ? ਪਹਿਲਾਂ ਇੱਕ ਯੰਗ ਨੌਜਵਾਨ ਨੇ ਤਾਂ ਦੱਸਿਆ ਕਿ ਭਾਈ ਇੱਥੇ ਕੰਮਕਾਰ ਕਾਫੀ ਹੈਗੇ ਆ। ਅਸੀਂ ਬਰੈਂਪਟਨ ਗਏ ਸੀ, ਟੋਰਾਂਟੋ ਗਏ ਸੀ, ਸਰੀ ਗਏ ਸੀ, ਕੰਮਾਂ ਕਾਰਾਂ ਦੀ ਕਾਫੀ ਕਿੱਲਤ ਆ ਜੀ, ਬਹੁਤ ਬੇਰੁਜ਼ਗਾਰੀ ਉੱਥੇ ਵਧੀ ਹੋਈ ਹੈ। ਨਿਆਣਿਆਂ ਨੇ ਫੀਸਾਂ ਵੀ ਦੇਣੀਆਂ ਹੁੰਦੀਆਂ, ਕਿਰਾਇਆ ਭਾੜਾ ਵੀ ਦੇਣਾ। ਇੱਥੇ ਕੀ ਮਾਹੌਲ ਹੈ ਜੀ? ਇੱਥੇ ਬਹੁਤ ਵਧੀਆ। ਇੱਥੇ ਸਭ ਤੋਂ ਪਹਿਲਾਂ ਤਾਂ ਜਿਹੜੇ ਹੁਣ 4-5 ਸਾਲ ਤੋਂ ਸਟੂਡੈਂਟ ਬਹੁਤ ਆ ਰਿਹਾ ਜੀ,
ਸਟੂਡੈਂਟ ਆ ਰਿਹਾ, ਉਹਨਾਂ ਦੇ ਪੇਰੈਂਟਸ ਆ ਰਹੇ ਆ, ਉਹਨਾਂ ਨੂੰ ਜੌਬਾਂ ਵੀ ਸਾਰੇ ਜਿੰਨੀ ਆਹ ਜੇ ਤੁਸੀਂ ਗੈਸ ਸਟੇਸ਼ਨਾਂ ਤੇ ਜਾਂ ਹੋਰ ਕਿਤੇ ਫਾਸਟ ਫੂਡ ਤੇ ਲਾ ਲਓ, ਸਾਰੇ ਆਪਣੇ ਪੰਜਾਬੀ ਕੰਮ ਕਰ ਰਹੇ ਆ। ਬਿਲਕੁਲ ਠੀਕ ਹੈ ਜੀ, ਬਿਲਕੁਲ ਹਾਂਜੀ, ਮਿਹਨਤੀ ਨੇ, ਮਿਹਨਤੀ ਆ, ਪੂਰੇ ਮਿਹਨਤੀ ਆ। ਕੋਈ ਇੱਥੇ ਜਿੱਦਾਂ ਕਈ ਵਾਰੀ ਰੌਲੀ ਪੈਂਦੀ ਵੀ ਸਟੂਡੈਂਟ ਬਰੈਂਪਟਨ ਜਾਂ ਸਰੀ ਪ੍ਰੋਬਲਮ ਪੈਂਦੀ ਆ, ਇੱਥੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ। ਜਾਨੀ ਚੰਗੇ ਨਿਆਣੇ ਜਿਹੜੇ ਕਹਿਣਾ ਬਹੁਤ ਚੰਗੇ ਨਿਆਣੇ, ਜੇ ਤੁਸੀਂ ਕੱਲ ਨੂੰ ਕਿਤੇ ਐਤਵਾਰ ਆ ਕੇ ਦੇਖੋ ਜੀ ਤੇ ਗੁਰੂ ਘਰ ਦੇ ਵਿੱਚ ਇੰਨੀ ਸੇਵਾ ਕਰਦੇ ਆ, ਬਹੁਤ ਜ਼ਿਆਦਾ, ਕੀ ਬਾਤ ਹੈ, ਬਹੁਤ ਪਿਆਰ ਇਤਫਾਕ ਨਾਲ ਰਹਿੰਦੇ ਇੱਥੇ, ਸਾਰੀ ਕਮੇਟੀ ਹੈ ਤਕਰੀਬਨ। ਲਓ ਜੀ, ਮੈਂ ਇੱਕ ਬੇਨਤੀ ਕਰਦਿਆਂ ਸੰਧਾਲੀਆ ਸਾਹਿਬ ਲਾਗੇ ਆ ਜਾਓ ਕਿ ਕਈ ਵਾਰੀ ਕਿਹਾ ਜਾਂਦਾ ਨਾ ਕਿ ਭਾਈ ਨਿਆਣੇ ਐ ਕਰਦੇ ਆ, ਪੁਰਾਣਿਆਂ ਦਾ ਨਵਿਆਂ ਦਾ ਇਤਫਾਕ ਨਹੀਂ। ਹੁਣ ਇਹਦੇ ਤੋਂ ਵੱਧ ਇਤਫਾਕ ਕੀ ਹੋ ਜਾਏ? ਉਹ ਕਹਿੰਦੇ ਜੀ ਕੱਲ ਨੂੰ ਆ ਕੇ ਤਾਂ ਦੇਖਿਓ ਸਾਡੇ ਨਿਆਣੇ ਇੱਥੇ ਸੇਵਾ ਕਿਦਾਂ ਕਰਦੇ। ਸੰਧਾਲੀਆ ਸਾਹਿਬ ਚੰਗਾ ਲੱਗਾ? ਇਹ ਬਿਲਕੁਲ ਚੰਗਾ ਲੱਗਾ। ਅੰਦਰ ਵੀ ਮੈਂ ਸੁਣਦਾ ਡਿਆ ਸੀ, ਉਹ ਕਹਿੰਦੇ ਵੀ ਜੇ ਇਹ ਨਿਆਣੇ ਨਾ ਆਉਣ ਤੇ ਸਾਡਾ ਕੰਮ ਹੀ ਸੈੱਟ ਆਵੇ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਵੀ ਉਹ ਜਿਹੜੀਆਂ ਖਬਰਾਂ ਆਪਾਂ ਨੂੰ ਵੈਸੇ ਵਧਾ ਕੇ ਵਿਖਾਈਆਂ ਜਾਂਦੀਆਂ, ਨਿਆਣਿਆਂ ਨੇ ਐਂ ਕਰਤਾ, ਸਟੂਡੈਂਟਾਂ ਨੇ ਐਂ ਕਰਤਾ, ਘੱਟੋ ਘੱਟ ਉਹਨਾਂ ਵਾਲੇ ਪਾਸਿਓਂ ਧਿਆਨ ਹਟਾ ਕੇ ਜੋ ਅਸਲ ਰਿਐਲਿਟੀ ਹੈ, ਜੋ ਲੋਕ ਆਪਣੇ ਮੂੰਹ ਦੱਸ ਰਹੇ ਨੇ ਵੀ ਇੱਥੇ ਉਹ ਕਿੱਦਾਂ ਕੰਮ ਕਰਦੇ ਨੇ, ਉਹਦੇ ਵੱਲ ਵੀ ਜ਼ਰੂਰ ਧਿਆਨ ਦਿਓ। ਵੀ ਸਾਡੇ ਇਸ ਟੂਰ ਦਾ ਮਕਸਦ ਆ। ਅੱਛਾ, ਹੁਣ ਹੋਰ ਤੁਸੀਂ ਮੈਨੂੰ ਇੱਕ ਚੀਜ਼ ਦੱਸਿਓ ਕਿ ਪੰਜਾਬੀ ਸਮਾਨ ਇੱਥੇ ਸਾਰਾ ਮਿਲ ਜਾਂਦਾ, ਲੈਚੀਆਂ ਲੂਚੀਆਂ, ਮਲੱਠੀ, ਜੇ ਉਹ, ਕਿਉਂਕਿ ਬਾਬਾ ਜੀ ਨੂੰ ਤਾਂ ਲੋੜ ਪੈਂਦੀ ਹੋਊਗੀ ਮਲੱਠੀ ਦੀ ਵੀ, ਜਾਣੀ ਉਹ ਕਈ ਵਾਰੀ ਹੁੰਦਾ ਨਾ ਕਿ ਪ੍ਰਾਹੁਣੇ ਦਾ ਆ ਗਿਆ, ਆਪਾਂ ਨੂੰ ਜਵੈਣ, ਸੌਂਫ, ਪਿੰਨੀਆਂ ਪੁੰਨੀਆਂ ਬਣਾਉਣੀਆਂ, ਸਮਾਨ ਕਿਤੇ ਬਰੈਂਪਟਨ ਤਾਂ ਲੈਣ ਜਾਣਾ ਪੈਂਦਾ? ਨਹੀਂ ਜੀ, ਪਹਿਲਾਂ ਜਾਣਾ ਪੈਂਦਾ ਜੀ। ਪਹਿਲਾਂ ਤਾਂ ਇੱਥੇ ਕੌੜੀਆਂ ਮਿਰਚਾਂ ਵੀ ਨਹੀਂ ਸੀ ਮਿਲਦੀਆਂ ਹੁੰਦੀਆਂ। ਠੀਕ ਹੈ ਜੀ। ਨਾ ਇੱਥੋਂ ਕੁਝ ਵੀ ਮਿਲਣਾ। ਜੇ ਤੁਹਾਡੇ ਕੋਲ ਆਈਏ ਗੁੜ ਦੀ ਚਾਹ ਪਿਲਾ ਦੋਗੇ? ਨਹੀਂ, ਗੁੜ ਦੇਖੋ ਆ ਕੇ ਅੰਦਰ ਸਟੋਰ ਰੂਮ 'ਚ ਦੇਖੋ ਭਰਿਆ ਪਿਆ। ਹਾਂਜੀ, ਹਰ ਇੱਕ ਚੀਜ਼ ਮਿਲਦੀ ਹੁਣ ਇੱਥੇ, ਕੋਈ ਐਸੀ ਚੀਜ਼ ਨਹੀਂ ਜਿਹੜੀ ਸਾਨੂੰ ਬਰੈਂਪਟਨ ਜਾਂ ਹੋਰ ਕਿਤੇ ਜਾਣਾ ਪਵੇ। ਅੱਛਾ, ਐਨ ਜਾਨੀ ਪੰਜਾਬੀ ਮਾਹੌਲ ਪੂਰਾ ਬਣਿਆ, ਪੂਰਾ ਮਾਹੌਲ ਜੀ। ਕੋਈ ਮਾੜਾ ਮੋਟਾ ਕੋਈ ਮੇਲਾ ਲੱਗਦਾ ਹੋਵੇ ਕਿਤੇ, ਕੋਈ ਹੋਰ ਕਿਤੇ ਸੱਭਿਆਚਾਰਕ ਪੱਖ ਤੋਂ ਵੀ ਗਤੀਵਿਧੀ ਹੁੰਦੀ ਆ? ਹਾਂਜੀ, ਸੱਭਿਆਚਾਰ ਵੀ ਹੁੰਦੀ ਆ। ਠੀਕ ਹੈ ਜੀ। ਤੇ ਤੀਆਂ ਦਾ ਮੇਲਾ ਹੁਣ ਆ ਰਿਹਾ ਮੁਰੇ। ਠੀਕ ਹੈ ਜੀ। ਤੇ ਬਾਕੀ ਹੋਰ ਪ੍ਰੋਗਰਾਮ ਬਹੁਤ ਹੁੰਦੇ ਆ, ਗਾਉਣ ਵਜਾਉਣ ਵਾਲੇ ਵੀ ਆਉਂਦੇ ਆ। 38 ਸਾਲ ਪਹਿਲਾਂ ਤੇ ਅੱਜ ਮੌਕੇ ਕਿੱਦਾਂ ਦੇ ਨੇ? ਅੱਜ ਕੰਮ ਦੀ ਸਥਿਤੀ ਚੰਗੀ ਹੈ ਕਿਉਂਕਿ ਹੁਣ ਤਾਂ ਊਬਰ ਵੀ ਆ ਗਈ, ਕਈ ਕੁਛ ਹੋਰ ਆ ਗਿਆ, ਫੈਕਟਰੀਆਂ ਨਵੀਆਂ ਆ ਗਈਆਂ ਹੋਣੀਆਂ, ਇਧਰਲੇ ਪਾਸੇ ਕਹਿੰਦੇ ਵੇਅਰ ਹਾਊਸ ਬੜਾ ਵੱਡਾ ਬਣ ਗਿਆ ਜਿਹੜਾ ਸਮਾਨ ਪਾਰਸਲ ਡਿਲੀਵਰ ਹੁੰਦੇ ਆ। ਉਦੋਂ ਔਖਾ ਸੀ ਸੈੱਟ ਹੋਣਾ ਜਾਂ ਅੱਜ ਔਖਾ? ਨਹੀਂ, ਉਦੋਂ ਜ਼ਿਆਦਾ ਔਖਾ ਸੀ। ਅੱਛਾ ਜੀ। ਕਿਉਂਕਿ ਉਹਦੇ ਨਾ ਜੋਬਾਂ ਮਿਲਦੀਆਂ ਸੀ ਜੀ, ਨਾ ਹੋਰ। ਅੱਜ ਕੱਲ੍ਹ ਜੋਬਾਂ ਵੀ ਹੈਗੀਆਂ ਆ ਸਭ, ਪਰ ਇੱਕ ਪ੍ਰੋਬਲਮ ਸਾਰੇ ਕੈਨੇਡਾ ਜਿਹੜੀ ਆ ਰਹੀ ਆ ਮਹਿੰਗਾਈ ਦੀ, ਉਹ ਬਹੁਤ ਹੈ ਸਾਰੇ ਪਾਸੇ। ਕੀਮਤਾਂ ਇੱਥੇ ਵੀ ਵੱਧ ਗਈਆਂ? ਬਿਲਕੁਲ ਸਰ। ਅੱਛਾ, ਤੁਸੀਂ ਜਦੋਂ ਪਹਿਲਾਂ ਕਰ ਲਿਆ ਸੀ ਕਿੰਨੇ ਕੁ ਦਾ ਲਿਆ ਸੀ? 1 ਲੱਖ ਦਾ। ਕੀ ਬਾਤ ਹੈ ਜੀ, 1 ਲੱਖ ਦਾ। ਅੱਜ ਕੱਲ ਤਾਂ ਡਾਊਨ ਪੇਮੈਂਟ ਵੀ 1 ਲੱਖ ਦੇ ਦੋ, ਕਹਿੰਦੇ ਭਾਜਾ ਘਰ ਨੂੰ। ਹਾਂਜੀ ਹਾਂਜੀ, ਕੀ ਬਾਤ ਹੈ। ਚਲੋ 86 ਦੇ ਵਿੱਚ ਲਿਆ ਸੀ। 86 ਉਦੋਂ ਹਾਂਜੀ 1 ਲੱਖ ਦਾ। ਉਦੋਂ ਮੇਰੇ ਖਿਆਲ ਆ $4.5-5 ਘੰਟੇ ਦੇ ਹੁੰਦੇ ਸੀ। $4.5-5। ਅੱਛਾ, ਨਿਆਣਿਆਂ ਨੂੰ ਸੁਨੇਹਾ ਕੀ ਦਿਓਗੇ? ਕਿਉਂਕਿ ਜਦੋਂ ਨਾ ਕਈ ਵਾਰੀ ਹੁੰਦਾ ਕਿ ਬੱਚੇ ਦਾ ਆ ਕੇ ਜੀ ਨਹੀਂ ਲੱਗਦਾ, ਉਹਨੂੰ 5-7 ਇਦਾਂ ਦੇ ਮੇਰੇ ਵਰਗੇ ਮਿਲ ਜਾਣ, ਇੱਥੇ ਕੰਮ ਕੁੰਮ ਨਹੀਂ ਲੱਭਦਾ, ਹੁਣ ਸੈੱਟ ਹੋਣਾ ਬਹੁਤ ਔਖਾ, ਉਹਨਾਂ ਨੂੰ ਸੁਨੇਹਾ ਤੇ ਇਹੀ ਹੈ ਨਾ ਕਿ 2-4 ਸਾਲ ਸਬਰ ਰੱਖੋ, ਮਿਹਨਤ ਕਰੋ। ਬਿਲਕੁਲ ਜੀ, ਮਿਹਨਤ ਇਦਾਂ ਹੈਗੀ ਆ ਵੀ ਜੇ ਇੱਥੇ ਆਉਣ, ਗੁਰੂ ਘਰ ਆਉਂਦੇ ਆ ਜੀ, ਸਾਰੇ ਮਿਲਦੇ ਜੁਲਦੇ ਆ ਜੀ, ਕੰਮ ਇੱਥੇ ਮਿਲਦੇ ਆ। ਜੇ ਕਹਿਣ ਵੀ ਇੱਕੋ ਦਿਨ ਦੇ ਵਿੱਚ ਹੋਣਾ, ਉਹ ਮੁਸ਼ਕਿਲ ਹੈਗਾ, ਵੀ ਥੋੜਾ ਟਾਈਮ ਲੱਗਦਾ ਜੀ। ਜੀ। ਸੰਧਾਲੀਆ ਸਾਹਿਬ ਇੱਧਰਲੇ ਪਾਸੇ ਦੇ ਹੋਇਓ। ਹਾਂਜੀ ਹਾਂਜੀ, ਮੈਂ ਦੇ ਨਾਲ ਹੀ ਆ। ਮੈਨੂੰ ਇਹ ਆ ਕਿ ਵੀ ਆਪਾਂ ਜ਼ਰੂਰ ਬਾਈ ਜੀ ਨਾਲ ਵੀ ਗੱਲਬਾਤ ਕਰ ਲਈਏ। ਸੋ ਸਾਨੂੰ ਇਹ ਸੀ ਕਿ ਵੀ ਹੁਣ ਜੇ ਆਏ ਆ ਬੰਦੇ ਟੱਕਰ ਗਏ ਨੇ, ਇਹਨਾਂ ਦਾ ਆਪਣਾ ਐਕਸਪੀਰੀਅੰਸ ਆ, ਸੋ ਉਹਦੇ ਤੋਂ ਆਪਾਂ ਨੂੰ ਕਈਆਂ ਗੱਲਾਂ ਦਾ ਪਤਾ ਲੱਗਣਾ। ਤੁਸੀਂ ਆਪਣਾ ਤਜਰਬਾ ਦੱਸੋ ਜੀ ਥੋੜਾ ਜਿਹਾ ਇੱਥੋਂ ਦਾ। ਹਾਂਜੀ, ਮੇਰਾ ਨਾਮ ਰਣਜੀਤ ਸਿੰਘ ਧਾਲੀਵਾਲ ਆ ਜੀ। ਤੇ ਮੈਂ ਇੱਥੋਂ ਦਾ ਯੂਥ ਡਾਇਰੈਕਟਰ ਹਾਂ ਆਟਵਾ ਸਿੱਖ ਸੁਸਾਇਟੀ ਦਾ। ਤੇ ਮੈਨੂੰ ਇੱਥੇ ਆਇਆ ਨੂੰ ਆਲਮੋਸਟ 33-34 ਸਾਲ ਹੋ ਗਏ। ਮੇਰੀ 12 ਸਾਲ ਦੀ ਉਮਰ ਸੀ ਜਦੋਂ ਮੈਂ ਆਟਵਾ ਆਇਆ। ਇਹ ਮੇਰਾ ਪਹਿਲਾ ਐਕਸਪੀਰੀਅੰਸ ਆ ਐਗਜ਼ੈਕਟਿਵ ਦੇ ਵਿੱਚ ਸੇਵਾ ਕਰਨ ਦਾ। ਸੋ ਅਸੀਂ ਬਹੁਤ ਸਾਰੇ ਉਪਰਾਲੇ ਕਰ ਰਹੇ ਹਾਂ, ਜਿੱਦਾਂ ਯੂਥ ਨੂੰ ਇੱਥੇ ਕੋਈ ਟ੍ਰੇਲਰ ਲਿਆ ਕੇ ਜਿਮ ਵਗੈਰਾ ਬਣਾ ਕੇ ਦਈਏ, ਤੇ ਐਜ਼ ਵੈਲ ਐਜ਼ ਜਿੱਦਾਂ ਕਿ ਇਹਨਾਂ ਨੂੰ ਇੱਥੇ ਵਾਲੀਬਾਲ ਟੂਰਨਾਮੈਂਟ ਵਗੈਰਾ ਵੀ ਕਰਾਈਏ ਸਮਰ ਦੇ ਵਿੱਚ। ਤੇ ਬਹੁਤ ਯੂਥ ਮੇਰੇ ਨਾਲ ਕੰਮ ਕਰ ਰਹੀ ਆ ਲੰਗਰ ਦੇ ਵਿੱਚ, ਪੰਜਾਬੀ ਸਕੂਲ ਦੇ ਵਿੱਚ। ਸੋ ਬਹੁਤ ਹੀ ਜ਼ਿਆਦਾ ਰਿਸਪੌਂਸ ਆ ਯੂਥ ਤੋਂ ਸਾਨੂੰ ਇੱਥੋਂ। ਇਹ ਮੈਨੂੰ ਲੱਗਦੀ ਇੱਕ ਗੱਲ ਜਿਹੜੀ ਚੀਜ਼ ਮੈਂ ਮਹਿਸੂਸ ਕੀਤੀ ਕਿ ਵੀ ਖਾਸ ਕਰਕੇ ਜਿਹੜੀ ਆਉਣ ਵਾਲੀ ਪਨੀਰੀ ਆ ਜਾਂ ਪੀੜ੍ਹੀ ਆ, ਜਿਹੜੀ ਯੰਗਸਟਰਸ ਨੇ, ਉਹਨਾਂ ਨੂੰ ਆਪਣੇ ਨਾਲ ਕਨੈਕਟ ਕਰਨ ਦਾ ਤੇ ਉਹਨਾਂ ਨੂੰ ਗਾਂਹ ਹੁਣ ਆਸੇ-ਪਾਸੇ ਜਾਣ ਤੋਂ ਰੋਕ ਕੇ ਚੰਗੇ ਥਾਂ ਤੇ ਆਪਾਂ ਤੋਰ ਕੇ ਰੱਖੀਏ, ਉਹਦੇ ਲਈ ਤੁਸੀਂ ਬਹੁਤ ਕੰਮ ਕਰ ਰਹੇ ਹੋ। ਇੱਕ ਅਸੀਂ ਇੱਥੇ ਗੱਲ ਸੁਣੀ ਆ, ਮਾੜੀ ਚੱਲਦੀ ਆ, ਸ਼ਾਇਦ ਤੁਹਾਡੇ ਵੀ ਧਿਆਨ 'ਚ ਹੋਵੇ ਜੀ, ਪਤਾ ਨਹੀਂ, ਕੋਈ ਤਾਂ ਸਰਕਾਰਾਂ ਨੂੰ ਵੀ ਉਲਾਂਭਾ ਦੇਈ ਜਾਂਦਾ ਵੀ ਨਾ ਕਰਿਆ ਕਰੋ ਯਾਰ, ਇਹ ਨਾ ਸ਼ੁਰੂ ਕਰੋ। ਨਸ਼ੇ ਪੱਤੇ ਵਾਲੇ ਪਾਸੇ ਆਪਣੇ ਨਿਆਣੇ ਬਚੇ ਆ, ਉਹਦੇ ਲਈ ਵੀ ਕੋਈ ਉਪਰਾਲਾ ਕਰਦੇ ਹੋ? ਇੱਥੇ ਸੋ ਫਾਰ ਇੱਥੇ ਕੋਈ ਇੱਦਾਂ ਦੀ ਨਸ਼ੇ ਪੱਤੇ ਵਾਲੀ ਕੋਈ ਗੱਲ ਹੈ ਨਹੀਂ, ਨਾ ਹੀ ਸੁਣੀ ਆ। ਸੋ ਫਾਰ ਅਸੀਂ ਫਿਊਚਰ ਦੇ ਵਿੱਚ ਇਹ ਵੀ ਸੈਸ਼ਨ ਲਾਵਾਂਗੇ ਕਿ ਵੀ ਆਪਣੇ ਬੱਚਿਆਂ ਲਈ ਅਵੇਅਰਨੈਸ ਸੈਸ਼ਨ ਰੱਖੇ ਜਾਣ ਤਾਂ ਕਿ ਜੋ ਉਹ ਕਿ ਇਸ ਚੀਜ਼ ਤੋਂ ਬਚੇ ਜਾਣ। ਬਿਲਕੁਲ ਜੀ, ਇਹ ਬਹੁਤ ਵਧੀਆ ਗੱਲ ਆ। ਤੇ ਬਾਈ ਜੀ, ਤੁਹਾਡੇ ਕੋਲੇ ਕਿਹੜੀ ਚੀਜ਼ ਦੀ ਸੇਵਾ, ਤੁਸੀਂ ਵੀ ਆਪਣਾ ਜ਼ਰੂਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਲੰਗਰ ਦੀ ਸੇਵਾ ਲੱਗੀ ਹੈ ਇਸ ਸਾਲ।
ਕੀ ਬਾਤ ਹੈ ਜੀ। ਤੇ ਮੈਂ ਵੀ ਇਹਨਾਂ ਵਾਂਗੂ ਮੇਰੀ T6 ਦਾ ਆਇਆ, ਛੋਟੀ ਉਮਰ 'ਚ 14 ਕੁ ਸਾਲ ਉਮਰ ਸੀ ਤੇ ਬਾਬਾ ਜੀ ਨਾਲ ਪੂਰਾ ਸਾਡੇ ਇੱਥੇ ਸਾਥ ਦੇ ਰਹੇ ਆ। ਜਿੱਦਾਂ ਇਹ ਕਹਿੰਦੇ ਗੁੜ ਦੀ ਚਾਹ ਖਰੀਦਦਾ ਸਾਰਾ ਡਿਪਾਰਟਮੈਂਟ ਮੇਰੇ ਕੋਲ ਆ ਤੇ ਸਾਡੇ ਕੋਲ ਭੰਡਾਰੇ ਭਰੇ ਪਏ ਆ ਮੈਂ ਤੇ ਅਸੀਂ ਐਵਰੀ ਡੇ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤਾਈਂ ਖੁੱਲਾ ਲੰਗਰ ਚੱਲਦਾ ਹੈ। ਕੋਈ ਵੀ ਭੈਣ ਭਰਾ ਆਪਣਾ ਬਿਨਾਂ ਲੰਗਰ ਤੋਂ ਅਸੀਂ ਨਹੀਂ ਜਾਣ ਦੇਈਦਾ। ਇੱਕ ਸੰਧਾਵਾਲੀਆ ਸਾਹਿਬ, ਇੱਕ ਮੈਂ ਗੱਲ ਇੱਥੇ ਪੁੱਛਣੀ ਸੀ। ਕਈ ਵਾਰੀ ਕੋਈ ਬੱਚੇ ਨਵੇਂ ਆਉਂਦੇ ਆ, ਵਿਦਿਆਰਥੀ ਨਵੇਂ ਆਉਂਦੇ ਆ, ਕਈ ਵਾਰੀ ਜੇ ਕਿਸੇ ਨੂੰ ਲੋੜ ਹੋਵੇ ਕਿ ਭਾਈ ਛੱਕ ਗਏ, ਮੈਨੂੰ ਥੋੜਾ ਜਿਹਾ ਲੈ ਕੇ ਵੀ ਜਾਣਾ, ਫਿਰ ਰੋਕ ਦਿੰਦੇ ਹੋ? ਨਹੀਂ ਜੀ, ਹਾਂਜੀ, ਅਸੀਂ ਦੇਖੋ ਜੀ ਪੂਰਾ ਅਕਾਮੋਡੇਟ ਕਰੀਦਾ ਉਹਨਾਂ ਨੂੰ, ਬਿਲਕੁਲ ਨਹੀਂ ਰੋਕੀਦਾ। ਸਾਡੇ ਕੋਲ ਸੰਗਤ ਤੋਂ ਇੰਨੇ ਕੁ ਰਸਦ ਆ ਰਹੀ ਆ ਸਾਡੇ, ਅਸੀਂ ਆਟਾ ਹੱਥ ਜੋੜ ਕੇ ਕਹਿੰਦੇ ਵੀ ਆਟਾ ਪਲੀਜ਼ ਸਾਡੇ ਕੋਲੋਂ ਲੈ ਕੇ ਜਾਓ, ਬਾਹਰੋਂ ਨਾ ਖਰੀਦੋ। ਸਪੈਸ਼ਲੀ ਅਸੀਂ ਸਟੂਡੈਂਟ ਵੀਰਾਂ ਨੂੰ ਜ਼ੋਰ ਕੇ ਕਹੀਦਾ ਵੀ ਪਲੀਜ਼ ਤੁਸੀਂ ਨਾ ਕੋਈ ਵੀ ਸਾਨੂੰ ਹੈਲਪ ਹੋਵੇ, ਬਾਬਾ ਜੀ ਨੂੰ ਦੱਸੋ ਜਾਂ ਪ੍ਰਧਾਨ ਸਾਹਿਬ ਨੂੰ ਦੱਸੋ ਜਾਂ ਸਾਨੂੰ ਦੱਸੋ, ਕਿਸੇ ਹੱਦ ਤੱਕ ਤੁਹਾਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੋਵੇ ਤੇ ਅਸੀਂ ਹੈਗੇ ਆ। ਤੇ ਕੋਈ ਵੀ ਰਾਤ ਨੂੰ ਕਈ ਵਾਰੀ ਸਟੂਡੈਂਟ ਬਾਬਾ ਜੀ ਇੱਥੇ ਆ ਜਾਂਦੇ ਆ, ਰਾਤ ਨੂੰ ਉਤਰ ਕੇ ਉਹਨਾਂ ਦੇ ਕੋਲ ਬੈਗ ਹੁੰਦਾ, ਫਰੰਟ ਐਂਟਰਸ ਤੇ ਆ ਜਾਂਦੇ ਆ, ਅਸੀਂ ਉਹਨਾਂ ਨੂੰ ਅਕਾਮੋਡੇਟ ਕਰੀਦਾ। ਸਾਡੇ 18 ਸਾਲ ਤੋਂ ਜਿਹੜੇ ਬਾਬਾ ਜੀ ਆ ਉਹਨਾਂ ਦੀ ਪੂਰੀ ਹੈਲਪ ਕਰਦੇ ਅਕਾਮੋਡੇਸ਼ਨ ਲੱਭਣ ਲਈ। ਉਹਨਾਂ ਚਿਰ ਅਸੀਂ ਉਹਨਾਂ ਦਾ ਸਾਥ ਨਹੀਂ ਛੱਡੀਦਾ ਜਿੰਨੀ ਦੇਰ ਤੱਕ ਨਿਆਣਾ ਲਈਏ ਨਾ ਪਏ। ਹਾਂਜੀ, ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਕੁਝ ਕਹਿਣਾ ਹੋਰ ਸੀ? ਹਾਂਜੀ, ਸਪੈਸ਼ਲੀ ਅਸੀਂ ਆਪਣੇ ਲੈਵਲ ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਆ, ਸਪੈਸ਼ਲੀ ਉਹਨਾਂ ਨੂੰ ਅਸੀਂ ਸੰਡੇ ਇੱਥੋਂ ਤੱਕ ਵੀ ਇਨਕਰੇਜ ਕਰੀਦਾ, ਪਲੀਜ਼ ਜੇ ਤੁਹਾਨੂੰ ਕੋਈ ਸਪੋਰਟ ਦੀ ਲੋੜ ਆ ਕਿਸੇ ਵੀ ਤਰ੍ਹਾਂ ਦੀ ਐਮਪਲੋਇਮੈਂਟ ਵਗੈਰਾ ਤੋਂ ਲੈ ਕੇ, ਤਾਂ ਤੁਸੀਂ ਪਲੀਜ਼ ਸਾਨੂੰ ਦੱਸੋ। ਤੇ ਜੇ ਕੋਈ ਵੀ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹੈਗੇ ਆ ਤਾਂ ਵੀ ਸਾਡੇ ਨਾਲ ਸੰਪਰਕ ਕਰੋ ਤਾਂ ਕਿ ਅਸੀਂ ਤੁਹਾਡੀ ਹੈਲਪ ਕਰ ਸਕੀਏ। ਆ ਬਹੁਤ ਵੱਡੀ ਗੱਲ ਹੈ ਜੀ। ਮੈਂ ਬੇਨਤੀ ਕਰਾਂ, ਇੱਥੇ ਕਈ ਵਾਰ ਆਪਾਂ ਇੱਧਰੋਂ ਉੱਧਰੋਂ ਅਜੀਬੋ-ਗਰੀਬ ਖਬਰਾਂ ਸੁਣਦੇ ਆ ਜਿਹਦੇ 'ਚ ਉਹ ਕਹਿੰਦੇ ਨੇ ਜੋ ਪਹਿਲੀ ਕਮਿਊਨਿਟੀ ਜਿਹੜੀ ਹੈ ਨਾ ਜੀ ਉਹ ਹੁਣ ਇੱਦਾਂ ਕਰਦੇ ਨੇ ਨਵਿਆਂ ਦੇ ਨਾਲ। ਮੇਰਾ ਖਿਆਲ ਆ ਜਿੰਨੀਆਂ ਸ਼ਖਸੀਅਤਾਂ ਦੀਆਂ ਗੱਲਾਂ ਤੁਸੀਂ ਸੁਣ ਲੀਆਂ, ਉਹ ਸਾਰਿਆਂ ਨੇ ਇੱਕ ਗੱਲ ਜ਼ਰੂਰ ਕਹੀ ਆ ਵੀ ਸਾਡੀ ਇਹ ਕੋਸ਼ਿਸ਼ ਆ ਵੀ ਜਿਹੜਾ ਕੋਈ ਲੋੜਵੰਦ ਆ ਜਾਂ ਕੋਈ ਆਪਣਾ ਬੱਚਾ ਆਇਆ, ਆਪਾਂ ਉਹਦੀ ਮਦਦ ਕਰੀਏ, ਉਹਦੀ ਹੈਲਪ ਕਰੀਏ ਤਾਂ ਜੋ ਉਹ ਆਪਣੇ ਨਾਲ ਜੁੜੇ, ਕਨੈਕਟਡ ਰਹੇ ਤੇ ਉਹਨੂੰ ਇਹ ਲੱਗੇ ਵੀ ਯਾਰ ਮੈਂ ਆਪਣੇ ਘਰੋਂ ਜੋ ਉੱਠ ਕੇ ਆ ਗਿਆ ਸੀ ਤੇ ਇੱਥੇ ਵੀ ਮੇਰਾ ਇੱਕ ਆਪਣਾ ਘਰ ਆ, ਮੇਰੇ ਆਪਣਾ ਪਰਿਵਾਰ ਆ। ਸੋ ਇਹ ਪਰਿਵਾਰ ਹੁਣ ਆਟਵਾ ਦੀ ਧਰਤੀ ਤੇ ਵੱਧ ਫੁੱਲ ਰਿਹਾ ਤੇ ਅਸੀਂ ਇਹੀ ਅਰਦਾਸ ਬੇਨਤੀ ਕਰਦੇ ਹਾਂ ਜੀ ਵੀ ਇਸੇ ਤਰ੍ਹਾਂ ਤੁਸੀਂ ਕੰਮ ਧੰਦਾ ਕਰਦੇ ਰਹੋ, ਤਰੱਕੀਆਂ ਕਰਦੇ ਰਹੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ ਜੀ। ਇੱਕ ਮੈਂ ਸੰਧਾਲੀਆ ਸਾਹਿਬ, ਕਿਉਂਕਿ ਸਭ ਤੋਂ ਯੰਗ ਆਪਣੇ ਅੱਜ ਦੀ ਇਸ ਦੀ ਗੱਲਬਾਤ ਦੇ ਵਿੱਚ ਇੱਧਰ ਤੁਸੀਂ ਸਟੂਡੈਂਟ ਆਏ ਸੀ ਜਾਂ ਪਰਿਵਾਰ ਨਾਲ? ਜੀ ਮੈਂ ਸਟੂਡੈਂਟ ਆਇਆ ਸੀ। ਸਟੂਡੈਂਟ ਆਏ ਸੀ ਤਾਂ ਪੜ੍ਹਾਈ ਮੁਕੰਮਲ ਕੀਤੀ? ਹਾਂਜੀ, ਪੜ੍ਹਾਈ ਖਤਮ ਕਰ ਲਈ। ਮੈਂ ਤੁਹਾਡੇ ਤੋਂ, ਕਿਉਂਕਿ ਤੁਸੀਂ ਉਹ ਸਟੂਡੈਂਟ ਆਏ, ਇੱਕ ਮੈਂ ਇਹ ਜ਼ਰੂਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਇੱਥੇ ਸ਼ੁਰੂ ਦੇ ਵਿੱਚ ਬਿਨਾਂ ਕਾਰ ਤੋਂ ਸਰ ਜਾਂਦਾ, ਤੁਸੀਂ ਕਿੰਨੇ ਕੁ ਚਿਰ ਬਾਅਦ, ਕਿੰਨੇ ਦਿਨਾਂ ਬਾਅਦ ਕਾਰ ਲੈ ਲਈ ਸੀ ਕੈਨੇਡਾ ਆ ਕੇ? ਜੀ ਮੈਂ ਤਾਂ ਕਾਫੀ ਟਾਈਮ ਬਿਨਾਂ ਕਾਰ ਦੇ ਸਾਰਿਆ ਸੀਗਾ। ਕਾਫੀ ਟਾਈਮ ਤੋਂ ਭਾਵ ਮੈਂ 5 ਸਾਲ ਕੱਢੇ ਜੀ ਬਿਨਾਂ ਕਾਰ ਦੇ। ਇਹ ਬਹੁਤ ਇੰਪੋਰਟੈਂਟ ਗੱਲ ਆ ਕਿ 5 ਸਾਲ ਬਿਨਾਂ ਕਾਰ ਤੋਂ ਤੁਸੀਂ ਆਪਣੀ ਪੜ੍ਹਾਈ ਵੀ ਮੁਕੰਮਲ ਕਰ ਲਈ, ਕਿਉਂਕਿ ਇੰਸ਼ੋਰੈਂਸ ਕਿਸ਼ਤਾਂ ਸਾਰੀਆਂ ਬਚ ਗਈਆਂ। ਬੱਸ ਦੇ ਵਿੱਚ ਸਫ਼ਰ ਈਜ਼ੀ ਆ? ਇੱਥੇ ਬੱਸਾਂ ਹੈਗੀਆਂ ਕਾਫੀ? ਬੱਸ ਦੇ ਵਿੱਚ ਸਫ਼ਰ ਔਖਾ ਹੁੰਦਾ ਜੀ। ਮਤਲਬ ਜੇ ਆਪਾਂ ਆਫ ਟਾਈਮ ਦੇਖੀਏ, ਜੇ ਰਾਤ ਨੂੰ ਕਦੇ ਕੰਮ ਛੁੱਟਦਾ ਤਾਂ ਸਰਵਿਸ ਘੱਟ ਹੁੰਦੀ ਆ। ਪਹਿਲਾਂ ਜਦੋਂ ਆਇਆ ਸੀ ਤਾਂ ਸਾਲ ਊਬਰ ਵੀ ਹੈ ਨਹੀਂ ਸੀਗੀ ਤੇ ਉਦੋਂ ਬਹੁਤ ਔਖਾ ਹੁੰਦਾ ਸੀਗਾ। ਪਰ ਜਿਵੇਂ ਘਰ ਦੇ ਕਹਿੰਦੇ ਸੀਗੇ ਵੀ ਜਦੋਂ ਮਤਲਬ ਜਿਹੜੇ ਚੀਜ਼ 'ਚ ਆਪਾਂ ਹੁੰਦੇ ਹਾਂ ਉਹੀ ਉਵੇਂ ਦਾ ਹੀ ਲਾਈਫ ਸਟਾਈਲ ਰੱਖਣਾ ਚਾਹੀਦਾ, ਉਹੀ ਫੱਬਦਾ। ਜਦੋਂ ਆਪਾਂ ਸਟੂਡੈਂਟ ਹੁੰਦੇ ਹਾਂ ਗੱਡੀਆਂ ਦਾ ਜੇ ਆਪਾਂ ਆਪਦੇ ਆਪ ਤੇ ਭਾਰ ਪਾਉਂਦੇ ਹਾਂ, ਫਿਰ ਉਹੀ ਸਟੱਡੀ 'ਚੋਂ ਟਾਈਮ ਕੱਢ ਕੇ ਆਪਾਂ ਨੂੰ ਵੱਧ ਕੰਮ ਕਰਨਾ ਪੈਂਦਾ, ਤਾਂ ਉਹ ਕਿਤੇ ਨਾ ਕਿਤੇ ਲੌਂਗ ਟਰਮ 'ਚ ਨੁਕਸਾਨ ਹੀ ਕਰਦਾ। ਅੱਛਾ, ਇੱਕ ਚੀਜ਼ ਹੋਰ ਜ਼ਰੂਰ ਤੁਹਾਡੇ ਤੋਂ ਪੁੱਛਣੀ ਆ ਕਿ ਭਲੇ ਬੁਰੇ ਦੀ ਪਛਾਣ ਕਰਨੀ ਤਾਂ ਜ਼ਰੂਰੀ ਆ ਨਾ, ਕਿਉਂਕਿ ਕੰਮ ਤੇ ਜਾਂਦਿਆਂ, ਰਾਹ ਦੇ ਵਿੱਚ ਜਾਂਦਿਆਂ, ਪੜ੍ਹਦਿਆਂ ਹਰ ਤਰ੍ਹਾਂ ਦੇ ਲੋਕ ਮਿਲਦੇ ਹੋਣੇ ਆ, ਤੇ ਉੱਥੇ ਫਿਰ ਨੌਜਵਾਨਾਂ ਨੂੰ ਕੀ ਤੁਹਾਡੀ ਸਲਾਹ ਆ ਕਿ ਭਾਈ ਕਿਵੇਂ ਚੱਲਣਾ, ਵਿਚਰਨਾ ਕਿੱਦਾਂ? ਕਿਉਂਕਿ ਕਈ ਵਾਰੀ ਪਹਿਲੀ ਵਾਰੀ ਮੇਰਾ ਵਰਗਾ ਬੰਦਾ ਪਿੰਡ ਉੱਠ ਕੇ ਆਇਆ ਹੁੰਦਾ, ਬਾਹਰ ਹੀ ਆ ਜਾਂਦਾ ਸਿੱਧਾ। ਜੀ ਆਪਾਂ ਮਤਲਬ ਜਦ ਛੋਟੇ ਹੁੰਦੇ ਹਾਂ, ਘਰ ਆਪਣੇ ਪੇਰੈਂਟਸ ਨੇ, ਫੈਮਿਲੀ ਨੇ ਇੱਕ ਬਬਲ ਕ੍ਰੀਏਟ ਕਰਿਆ ਹੁੰਦਾ ਪ੍ਰੋਟੈਕਸ਼ਨ ਦਾ। ਉਹ ਜਦੋਂ ਇੱਕਦਮ ਉਹ ਬਬਲ ਬਰਸਟ ਹੁੰਦਾ, ਫਿਰ ਆਪਾਂ ਆਪ ਹੀ ਐਕਸਪੀਰੀਅੰਸ ਕਰਨਾ ਹੁੰਦਾ। ਹਰੇਕ ਦੇ ਆਪਦੇ ਲਾਈਫ ਐਕਸਪੀਰੀਅੰਸ ਹੁੰਦੇ ਆ ਜੀ। ਮਤਲਬ ਮੈਨੂੰ ਲੱਗਦਾ ਮੇਰੇ ਦੱਸੇ ਤੋਂ ਕੋਈ ਸਿੱਖੂਗਾ, ਹਰੇਕ ਨੂੰ ਆਪ ਹੀ ਐਕਸਪੀਰੀਅੰਸ ਕਰਨਾ ਪੈਂਦਾ ਜੀ। ਬਾਕੀ ਜਿਵੇਂ ਆਪਾਂ ਨੂੰ ਸਾਰੇ ਕਹਿੰਦੇ ਹੀ ਆ ਵੀ ਸੰਗਤ ਆਪਦੀ ਵਧੀਆ ਰੱਖੋ, ਘਰਦਿਆਂ ਦੇ ਨਾਲ ਜਿਵੇਂ ਉਹ ਸ਼ੇਅਰ ਕਰਦੇ ਰਹੋ ਜੇ ਇੱਥੇ ਕੁਝ ਵੀ ਹੁੰਦਾ। ਕਮਿਊਨੀਕੇਸ਼ਨ ਆਪਣਾ ਜਿਹੜੀ ਇਮੋਸ਼ਨਲ ਸਟਰੈਂਥ ਉਹ ਘਰਦਿਆਂ ਤੋਂ ਆਉਂਦੀ ਹੈ। ਬਾਕੀ ਗੁਰੂ ਘਰ ਆਉਂਦੇ ਰਹੋ ਜੀ, ਇੱਥੇ ਆ ਕੇ ਆਸਰਾ ਬਾਵਾ ਮਿਲਦਾ ਨਾ, ਸ਼ਾਂਤੀ ਮਿਲਦੀ ਹੈ। ਹਾਂਜੀ, ਇੱਕ ਮੈਂ ਹੋਰ ਪੁੱਛਣਾ ਸੀ, ਇੱਥੇ ਆਪਾਂ ਬਾਕੀ ਸਾਰੇ ਜਣੇ ਗੱਲ ਨਹੀਂ ਸੁਣਦੇ, ਉਹ ਕਹਿੰਦੇ ਜੀ ਅਸੀਂ ਖਿਆਲ ਰੱਖਦੇ ਹਾਂ ਵਿਦਿਆਰਥੀਆਂ ਦਾ, ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨੂੰ ਸਲਾਹ ਮੰਗਦੇ ਹੋ ਤਾਂ ਦੇ ਦਿੰਦੇ ਆ ਸਲਾਹ? ਹਾਂਜੀ, ਦੇ ਦਿੰਦੇ ਆ। ਬਾਕੀ ਜੇ ਕਦੇ ਕਿਸੇ ਤਰੀਕੇ ਦੀ ਉਹ ਰੋਕ ਟੋਕ ਕਰਦੇ ਵੀ ਆ, ਮਤਲਬ ਉਹਨੂੰ ਅਪੋਜ਼ ਕਰਨ ਨਾਲੋਂ ਆਪਾਂ ਇੱਦਾਂ ਸੋਚ ਲਈਦਾ ਵੀ ਜੇ ਆਪਣੇ ਪੇਰੈਂਟਸ ਹੁੰਦੇ ਉਹਨਾਂ ਨੇ ਵੀ ਉਹੋ ਜਿਹੀ ਸਲਾਹ ਦੇਣੀ ਸੀ। ਹਾਂਜੀ, ਤੇ ਜਿਵੇਂ ਹੁਣ ਮਤਲਬ ਕਦੇ ਦੀਵਾਲੀ 'ਤੇ ਕਦੇ ਜਿਵੇਂ ਇੱਕ ਵਾਰ ਮੁੰਡੇ ਉਰੇ ਪਟਾਕੇ ਚਲਾਉਣ ਲੱਗ ਗਏ ਸੀ, ਤਾਂ
ਮਤਲਬ ਉਹਨਾਂ ਨੂੰ ਵੱਡੇ ਰੋਕ ਰਹੇ ਸੀ ਕਿ ਉਰੇ ਨਾ ਚਲਾਓ ਜੀ। ਉਹ ਹੁਣ ਮੈਨੂੰ ਥੋੜਾ ਸਮਾਂ ਹੋ ਗਿਆ ਇਹਨੂੰ, ਮੈਂ ਉਹਨਾਂ ਦੀ ਵੀ ਸਮਝ ਲੈਣਾ, ਸਟੂਡੈਂਟਾਂ ਦੀ ਵੀ ਸਮਝ ਲੈਣਾ। ਸਾਨੂੰ ਹੁੰਦਾ ਵੀ ਮਤਲਬ ਥੋੜਾ ਫਨ ਕਰ ਲਈਏ ਜੀ। ਕਿ ਇਹੋ ਜਿਹਾ ਮੌਕਾ ਮਿਲਿਆ ਵੀ ਪਤਾ ਨਹੀਂ ਕਿਉਂ ਰੋਕਦੇ ਆ ਪਟਾਕੇ ਚਲਾਉਣ ਤੋਂ, ਵੀ ਇਹਨਾਂ ਨੂੰ ਫਨ ਪਸੰਦ ਨਹੀਂ ਹੈਗਾ। ਉਹ ਹੁਣ ਜਿਹੜੇ ਪੁਰਾਣੇ ਆਏ ਹੋਏ ਆ ਉਹਨਾਂ ਨੂੰ ਵੀ ਪਤਾ ਉਰੇ ਦੇ ਜਿਹੜੇ ਸਿਸਟਮ ਹੈਗੇ ਆ, ਜੇ ਕਿਤੇ ਅੱਗ ਲੱਗ ਜਾਵੇ ਤਾਂ ਉਹ ਜਿਵੇਂ ਇੱਧਰ ਉੱਧਰ ਫੈਕਟਰੀਜ਼ ਹੈਗੀਆਂ ਨੇ ਜਾਂ ਉਹ ਫਿਰ ਸੂ ਕਰ ਦਿੰਦੇ ਆ। ਕਿਸੇ ਗੱਲ ਕਰਕੇ ਰੋਕ ਰਹੇ ਹੈ ਨਾ, ਵੀ ਜੇ ਕਿਤੇ ਅੱਗ ਲੱਗ ਗਈ ਤਾਂ ਫਾਈਨੈਂਸ਼ੀਅਲ ਇੰਪਲੀਕੇਸ਼ਨਸ, ਲੀਗਲ ਓਬਲੀਗੇਸ਼ਨ ਸਾਰੀ ਉਰੇ ਆਊਗੀਆਂ। ਉਹ ਚੀਜ਼ਾਂ ਨੂੰ ਧਿਆਨ ਰੱਖਦੇ ਆ ਉਹ ਫਿਰ ਮਤਲਬ ਕੋਈ ਮਤਲਬ ਗਲਤ ਨਹੀਂ ਹੁੰਦਾ, ਬਸ ਇੱਕ ਦੂਜੇ ਨੂੰ ਸਮਝਣ ਦੀ ਲੋੜ ਆ। ਹਾਂਜੀ। ਆਖਰੀ ਸਵਾਲ, ਕਲਾਸਿਸ ਜਿਹੜੀਆਂ ਨੇ, ਕਿਉਂਕਿ ਕਈ ਵਾਰੀ ਮੇਰੇ ਵਰਗਾ ਬੰਦਾ ਜਾਂ ਗੁਰਪ੍ਰੀਤ ਭਾਜੀ ਵਰਗਾ ਬੰਦਾ ਟੱਕਰ ਪੈਂਦਾ, ਯਾਰ ਕਲਾਸਾਂ ਲਾਉਣ ਦੀ ਲੋੜ ਨਹੀਂ, ਕੰਮ ਕਰੋ। ਤਾਂ ਨਹੀਂ ਕਿੰਨਾ ਕੁ ਜ਼ਰੂਰੀ ਹੈ ਕਿ ਜਿਹੜੇ ਪਹਿਲੇ ਸਾਲ 2 ਸਾਲ ਨੇ ਉਹਦੇ ਵਿੱਚ ਸਟੂਡੈਂਟ ਜਿਹੜਾ ਆਣ ਕੇ ਕਲਾਸਾਂ ਤੇ ਧਿਆਨ ਦੇਵੇ, ਅਸਾਈਨਮੈਂਟਾਂ ਵੇਲੇ ਸਿਰ ਜਿਹੜੀਆਂ ਉਹ ਮੁਕੰਮਲ ਕਰੇ, ਜਿਹਦੇ ਨਾਲ ਕਿ ਉਹਦੀ ਪੜ੍ਹਾਈ ਦੇ ਵਿੱਚ ਵਿਘਨ ਨਾ ਪਵੇ, ਕਿਉਂਕਿ ਕਾਗਜ਼ ਪੱਤਰ ਫੇਰ ਹੀ ਬਣਨੇ ਆ। ਹਾਂਜੀ, ਉਹ ਇੱਕ ਸਿਰ ਤੇ ਤਲਵਾਰ ਲਟਕੀ ਹੋ ਰਹਿੰਦੀ ਹੈ ਜਦ ਤੱਕ ਪੜ੍ਹਾਈ ਖਤਮ ਨਹੀਂ ਹੁੰਦੀ। ਵੀ ਪੜ੍ਹਾਈ ਖਤਮ ਹੋ ਫਿਰ ਆਪਾਂ ਨੂੰ ਜੌਬ ਵੀ ਚਾਹੀਦੀ ਆ, ਵਰਕ ਪਰਮਿਟ ਤੇ ਜਿਹੜੀ ਰਾਹੀਂ ਆਪਾਂ PR ਹੋ ਸਕੀਏ। ਤਾਂ ਮਤਲਬ ਪਹਿਲਾਂ ਬੜੀ ਟੈਂਪਟੇਸ਼ਨ ਜੀ ਹੁੰਦੀ ਆ ਵੀ ਜੇ ਕੋਈ ਹੋਰ ਕੰਮ ਕਰ ਰਿਹਾ ਆਪਾਂ ਵੀ ਉਹਦੇ ਨਾਲ ਲੱਗ ਕੇ ਓਨੀ ਮਿਹਨਤ ਕਰੀਏ, ਓਨੀ ਕਮਾਈਏ। ਬਾਕੀ ਹਰੇਕ ਦੀ ਆਪਦੀ ਪਰਸਨਲ ਸਿਚੁਏਸ਼ਨ ਹੁੰਦੀ ਆ, ਜੇ ਕੋਈ ਜੇ ਕਿਸੇ ਦਾ ਸਰਦਾ ਫਸਿਆ ਹੁੰਦਾ ਕਈ ਵਾਰ। ਹਾਂਜੀ ਤਾਂ ਮਤਲਬ ਜਿਹਨੂੰ ਜਿਵੇਂ ਲੋਟ ਲੱਗਦਾ, ਮਤਲਬ ਉਰੇ ਆ ਕੇ ਸਾਰੇ ਸਮਝ ਹੀ ਜਾਂਦੇ ਸਟੂਡੈਂਟਸ। ਹਾਂਜੀ, ਆਪਦੀ ਸਿਚੁਏਸ਼ਨ ਦੇ ਹਿਸਾਬ ਨਾਲ ਕਰੀ ਜਾਂਦੇ। ਸ਼ੁਕਰੀਆ। ਹਾਂਜੀ ਬਾਬਾ ਜੀ। ਸਾਹਿਬ ਜੀ, ਮੈਂ ਇਹਦੇ 'ਚ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਕਿ ਮੇਰੇ ਨਾਲ ਜਿਹੜਾ ਬੱਚਾ ਖੜਾ ਹੈ ਇਹਦਾ ਨਾਮ ਹੈਗਾ ਹਿੰਮਤ ਸਿੰਘ ਜੀ। 2019 ਦੀ ਮੈਨੂੰ ਅੱਜ ਵੀ ਉਹ ਦੁਪਹਿਰ ਯਾਦ ਹੈ। ਮੈਂ ਫਰੰਟ ਡੈਸਕ ਤੇ ਬੈਠਾ ਸੀ ਤੇ ਇਹ ਨਵਾਂ ਕੈਨੇਡਾ ਜਿਸ ਦਿਨ ਪਹੁੰਚਿਆ, ਇਹਨੂੰ ਇਹ ਨਹੀਂ ਪਤਾ ਸੀ ਕਿ ਮੈਂ ਜਾ ਕੇ ਕਰਨਾ ਕੀ ਹੈ। ਲੱਭ ਕੇ ਕਿਸੇ ਕੋਲੋਂ ਕਨੈਕਸ਼ਨ ਹੀ ਕੋਈ ਨਹੀਂ ਸੀ, ਕੋਈ ਕਨੈਕਸ਼ਨ ਸੀ। ਇਹ ਗੁਰਦੁਆਰਾ ਸਾਹਿਬ ਆਇਆ, 에ਅਰਪੋਰਟ ਤੋਂ ਪੈਦਲ 2 ਸੂਟਕੇਸ ਚੱਕ ਕੇ ਇੱਥੇ ਖੜਾ ਸੀ ਤੇ ਪਸੀਨੇ ਹੋਇਆ ਪਿਆ ਸੀ। ਮੈਂ ਕਿਹਾ ਕਿੱਥੋਂ ਆਇਆ? ਕਹਿੰਦਾ ਮੈਂ ਬਾਬਾ ਜੀ ਇੰਡੀਆ ਤੋਂ ਆਇਆ ਤੇ ਮੈਂ ਸਟੂਡੈਂਟ ਹਾਂ। ਸਾਡੇ ਪ੍ਰਧਾਨ ਸਾਹਿਬ, ਮੌਜੂਦਾ ਪ੍ਰਧਾਨ ਸਾਹਿਬ ਉਹਨੂੰ ਸੀਗੇ, ਉਹਨਾਂ ਨੇ ਕਿਹਾ ਵੀ ਇਸ ਬੱਚੇ ਨੂੰ ਪਹਿਲੇ ਉੱਪਰ ਰੱਖੋ, ਆਪਣੇ ਕੋਲ ਰਿਹਾਇਸ਼ ਰਹੋ। ਸੋ ਮੈਨੂੰ ਲੱਗਦਾ 21 ਦਿਨ ਇਹ ਗੁਰੂ ਘਰ ਸਾਹਿਬ ਰੁਕਿਆ। ਲੰਗਰ 'ਚ ਇਹਨੇ ਬਹੁਤ ਸੇਵਾ ਕੀਤੀ। ਮੈਨੂੰ ਕਿਹਾ ਬੇਟਾ ਜੋ ਕੁਝ ਮਿਲਣਾ ਤੈਨੂੰ ਇੱਥੋਂ ਮਿਲਣਾ ਗੁਰੂ ਘਰ ਤੋਂ। ਤੇ ਗੁਰੂ ਦੀ ਕਿਰਪਾ ਹੋਈ, ਆਪਣੇ ਬੈਚ ਵਿੱਚ ਪਹਿਲਾ ਬੱਚਾ ਜਿਹੜਾ ਹੋਣ ਤੋਂ ਕਦੋਂ ਦੀ PR ਵੀ ਲੈ ਚੁੱਕਾ ਹੈ, ਵੈਲ ਸੈਟਲਡ ਹੈ, ਆਪਣੀ ਗੱਡੀਆਂ ਨੇ, ਔਰ ਇਹ ਆਟਵਾ ਸਿੱਖ ਸੁਸਾਇਟੀ 'ਚ ਆ ਕੇ 21 ਦਿਨ ਗੁਰੂ ਘਰ ਰੁਕਿਆ, ਸੇਵਾ ਵੀ ਕੀਤੀ। ਬਾਅਦ ਵਿੱਚ ਸਾਡੇ ਲੰਗਰ ਡਾਇਰੈਕਟਰ ਹੁੰਦੇ ਸੀ ਸਰਦਾਰ ਕੁਲਿੰਦਰ ਸਿੰਘ ਜੀ, ਸ਼ਾਇਦ ਹੁਣੇ ਨਿਕਲ ਗਏ, ਉਹਨਾਂ ਨੇ ਆਪਣੇ ਨਾਲ ਲਾ ਲਿਆ ਵੀ ਚੱਲ ਤੈਨੂੰ ਕੰਮ ਵੀ ਦਵਾਵਾਂਗੇ। ਅੱਜ ਤੱਕ ਉਹਨਾਂ ਦੇ ਨਾਲ ਹੀ ਕੰਮ ਕਰਦਾ ਹੈ। ਇਹਦੀ ਫੈਮਿਲੀ, ਇਹਦੇ ਸਿਸਟਰ ਵੀ ਆ ਚੁੱਕੀ ਹੈ, ਉਹ ਵੀ ਨਾਲ ਹੈ। ਸੋ ਆਟਵਾ ਸਿੱਖ ਸੁਸਾਇਟੀ ਹਮੇਸ਼ਾ ਇਸ 'ਤੇ ਫੋਕਸ ਕਰਦੀ ਹੈ ਕਿ ਜਿਹੜੇ ਬੱਚੇ ਕੋਵਿਡ ਦੇ ਦੌਰਾਨ ਵੀ ਆਟਵਾ ਸਿੱਖ ਸੁਸਾਇਟੀ ਨੇ ਸਭ ਬੱਚਿਆਂ ਨੂੰ ਅਨਾਉਂਸਮੈਂਟ ਕੀਤੀ ਸੀ ਕਿ ਜਿਸ ਨੂੰ ਜੋ ਚੀਜ਼ ਚਾਹੀਦੀ, ਜਸਟ ਵੀ ਆਰ 1 ਫੋਨ ਕਾਲ ਅਵੇ, ਘਰ ਦੇ ਵਿੱਚ ਡਿਲੀਵਰੀ। ਅੱਜ ਵੀ ਇਹ ਦੌਰ ਜਾਰੀ ਹੈ। ਕਿਸੇ ਬੱਚੇ ਨੂੰ ਇਹ ਨਹੀਂ ਕਿਹਾ ਜਾਂਦਾ ਜੇ ਤੇਰੇ ਕੋਲ ਕਾਰ ਨਹੀਂ ਹੈ ਤੇ ਤੂੰ ਬੱਸ ਪਕੜ ਕੇ ਆ ਜਾ, ਨਹੀਂ, ਐਡਰੈਸ ਮੰਗੀਦਾ ਹੈ, ਕੀ ਰਾਸ਼ਨ ਚਾਹੀਦਾ ਹੈ, ਸਾਡੇ ਲੰਗਰ ਡਾਇਰੈਕਟਰ ਖੜੇ ਨੇ, ਰਾਸ਼ਨ ਅਸੀਂ ਪੈਕ ਕਰੀਦਾ, ਬੱਚਿਆਂ ਦੇ ਕੋਲ ਪਹੁੰਚਾ ਦਿੰਦਾ ਕਿ ਬੱਚਿਆਂ ਨੂੰ ਕੋਈ ਆਟਵਾ ਸਿੱਖ ਸੁਸਾਇਟੀ ਮੇਕ ਸ਼ੋਰ ਕਰਦੀ ਹੈ ਕਿ ਸਾਰੇ, ਕਿਉਂਕਿ ਦੇ ਆਰ ਦਾ ਫਿਊਚਰ। ਇਹਨਾਂ ਨੇ ਇਸ ਗੁਰਦੁਆਰਾ ਸਾਹਿਬ ਨੂੰ, ਇਹਦੇ ਪ੍ਰਬੰਧ ਵਿੱਚ ਦੇਖਣਾ ਹੈ, ਇਹਦੇ ਗੁਰਦੁਆਰਾ ਸਾਹਿਬ ਜੀ ਦੀ ਜੋ ਹੋਰ ਐਕਸਪੈਂਡ ਹੋਣਾ ਹੈ ਨੇ, ਉਹਦੇ ਵਿੱਚ ਇਹਨਾਂ ਬੱਚਿਆਂ ਦੀ ਲੋੜ ਹੈ। ਜੇ ਅੱਜ ਅਸੀਂ ਇਹਨਾਂ ਦੇ ਨਾਲ ਖੜੇ ਹੋਵਾਂਗੇ, 4 ਸਾਲ ਬਾਅਦ ਜਦੋਂ ਗੁਰੂ ਨੇ ਇਹਨਾਂ ਨੂੰ ਕਿਸੇ ਲਾਇਕ ਬਣਾਇਆ, ਇਹ ਮੁੜ ਕੇ ਸਾਡੇ ਕੋਲ ਆਉਣਗੇ। ਸੋ ਹਿੰਮਤ ਸਿੰਘ ਜੀ, ਇਦਾਂ ਹੀ ਹੋਇਆ ਜੀ? ਹਾਂਜੀ ਬਿਲਕੁਲ ਜੀ, ਇੱਦਾਂ ਹੀ ਹੋਇਆ ਸੀ। ਜਾਣਦਾ ਇੱਥੇ ਮੈਂ ਜਦੋਂ ਮੇਰਾ ਵੀਜ਼ਾ ਲੱਗਾ ਤਾਂ ਮੈਨੂੰ ਉਦੋਂ ਪਤਾ ਲੱਗਾ ਕਿ ਓਟਵਾ ਵੀ ਹੈਗਾ ਕੈਨੇਡਾ 'ਚ। ਤੇ ਅਸੀਂ ਤਾਂ ਸੋਚਦੇ ਹਾਂ ਕਿ ਸਿਰਫ ਜਾਂ ਤਾਂ ਟੋਰਾਂਟੋ ਜਾਂ ਤਾਂ ਸਾਰੀ ਵੈਂਕੂਵਰ ਹੀ ਆਪਣੀ ਹੈ ਕੈਪੀਟਲ, ਪਰ ਬਾਅਦ 'ਚ ਪਤਾ ਲੱਗਾ ਕਿ ਓਟਵਾ ਹੈ ਕੈਪੀਟਲ। ਤੇ ਦੈਨ ਫਿਰ ਮੈਂ ਗੂਗਲ ਮੈਪਸ ਤੇ ਦੇਖਿਆ ਐਂਡ ਦੈਨ ਉਸ ਤੋਂ ਬਾਅਦ ਵਿੱਚ ਮੈਂ ਸਿਰਫ ਨੰਬਰ ਸੇਵ ਕਰਕੇ ਲੈ ਕੇ ਆਇਆ ਸੀਗਾ, ਉਹ ਵੀ ਮੈਂ ਰਾਈਟ ਡਾਊਨ ਕਰਕੇ ਲੈ ਕੇ ਆਇਆ ਸੀ। ਤੇ ਉਸ ਤੋਂ ਬਾਅਦ ਵਿੱਚ ਮੈਂ ਇੱਥੇ ਆ ਕੇ ਜਸਟ ਬਾਬਾ ਜੀ ਨੂੰ ਕਿਹਾ ਸੀ, ਆਪਣੇ ਵੱਡੇ ਬਾਬਾ ਜੀ ਸੀਗੇ ਇੱਥੇ ਤੇ ਪ੍ਰਧਾਨ ਸਾਹਿਬ ਭਜਨ ਅੰਕਲ ਜੀ ਸੀਗੇ, ਤੇ ਮੈਂ ਕਿਹਾ ਬਾਬਾ ਜੀ ਮੈਨੂੰ ਕੋਈ ਨਹੀਂ ਜਾਣਦਾ ਤੇ ਮੈਨੂੰ ਪਲੀਜ਼ ਇੱਥੇ ਰੱਖ ਲਓ। ਜੇ ਬਾਬਾ ਜੀ ਉਦੋਂ ਕਹਿ ਦਿੰਦੇ ਕਿ ਨਹੀਂ ਅਸੀਂ ਤੈਨੂੰ ਜਾਂਦੇ ਨਹੀਂ, ਰੱਖਣਾ ਨਹੀਂ, ਤਾਂ ਸ਼ਾਇਦ ਮੈਂ ਇੱਥੇ ਪਾਰਕਿੰਗ 'ਚ ਹੀ ਪੈ ਜਾਂਦਾ। ਹਾਂ, ਪਤਾ ਨਹੀਂ ਕੀ ਹੁੰਦਾ। ਹਾਂਜੀ, ਮੈਂ ਪਾਰਕਿੰਗ 'ਚ ਹੀ ਪੈ ਜਾਂਦਾ ਸੀ ਕਿਉਂਕਿ ਮੈਨੂੰ ਕੋਈ ਸੱਚੀ ਨਹੀਂ ਕੋਈ ਜਾਣਦਾ ਸੀਗਾ। ਤੇ ਇਸ ਕਰਕੇ ਮੈਂ ਇੱਥੇ 3 ਹਫ਼ਤੇ ਤੋਂ ਉੱਤੇ ਰਿਹਾ ਸੀਗਾ ਤੇ ਮੈਂ ਵਿਸਾਖੀ ਦੇ ਲੱਗ ਆਇਆ ਸੀਗਾ। ਹਾਂਜੀ, ਤੇ ਉਦੋਂ ਦੇ ਚਲੋ ਇੱਥੇ ਆ ਰਹੇ ਹਾਂ ਤੇ ਮੈਨੂੰ ਵਾਕਈ ਦਿਲੋਂ ਬਹੁਤ ਪਿਆਰ ਹੈ ਗੁਰਦੁਆਰਾ ਸਾਹਿਬ ਨਾਲ, ਕਿਉਂਕਿ ਪਹਿਲਾਂ ਮੇਰੇ ਡੈਡੀ ਨੇ ਇਹ ਵੀ ਗੱਲ ਕਹੀ, ਜਿਹਦਾ ਕੋਈ ਨਹੀਂ ਹੁੰਦਾ ਨਾ ਉਹਦਾ ਰੱਬ ਹੁੰਦਾ। ਤੇ ਇਹ ਵੀ ਮੇਰਾ ਇੱਕ ਕਾਫੀ ਵੱਡਾ ਐਕਸੀਡੈਂਟ ਵੀ ਹੋਇਆ ਸੀ, ਤਾਂ ਦੈਨ ਉਦੋਂ ਵੀ ਮੈਨੂੰ ਗੁਰਦੁਆਰਾ ਸਾਹਿਬ ਨੇ ਵਾਕਈ ਬਹੁਤ ਸਪੋਰਟ ਕੀਤੀ, ਦਿਲੋਂ ਕੀਤੀ। ਐਦਾਂ ਨਹੀਂ ਕਹਿੰਦਾ ਕਿ ਵੈਸੇ ਗੱਲੀ ਬਾਤੀ ਕੀਤੀ ਆ, ਇਨ ਹੈਂਡ ਕੀਤੀ ਆ। ਮੈਂ ਸੱਚੀ ਦਿਲੋਂ ਧੰਨਵਾਦੀ ਹਾਂ। ਮੈਂ ਬਥੇਰੀ ਵਾਰ ਇੱਥੋਂ ਲੰਗਰ ਵੀ ਲੈ ਕੇ ਗਿਆ, ਕਦੀ ਵੀ ਕਿਸੇ ਨੇ ਕੁਛ ਨਹੀਂ ਕਿਹਾ। ਉਸ ਟਾਈਮ ਤੇ ਚਲੋ ਬੰਦਾ ਪੈਸੇ ਸੇਵ ਵੀ ਕਰਦਾ ਕਿਉਂਕਿ ਫੀਸਾਂ ਹੁੰਦੀਆਂ, ਕਾਫੀ ਕੁਛ ਹੁੰਦਾ, ਰੈਂਟ ਦੇਣਾ ਹੁੰਦਾ, ਘਰਦਿਆਂ ਤੋਂ ਨਹੀਂ ਮੰਗ ਹੁੰਦਾ, ਤਾਂ
ਉਸ ਹਿਸਾਬ ਨਾਲ ਬਹੁਤ ਜ਼ਿਆਦਾ ਮੇਰੀ ਹੈਲਪ ਹੋਈ ਹੈ ਇੱਥੇ। ਅੱਛਾ ਹਿੰਮਤ ਸਿੰਘ ਜੀ, ਤੁਸੀਂ ਵੀ ਹਿੰਮਤ ਕੀਤੀ ਵੈਸੇ, ਹਾਂਜੀ। ਕਿਉਂਕਿ ਉੱਥੇ ਹੀ ਕੰਮ ਕਰਦੇ ਹੋ ਅਜੇ ਵੀ? ਹਾਂਜੀ। ਕੀ ਬਾਤ, ਇਹ ਵੀ ਚੰਗੀ ਗੱਲ ਹੈ। ਮੈਂ ਇੱਕ ਹੋਰ ਪੁੱਛਣਾ ਸੀ ਕਿ ਜਿਹੜੇ ਹੁਣ ਨਵੇਂ ਬੱਚੇ ਆ ਰਹੇ, ਕਈ ਵਾਰੀ ਹੁੰਦਾ ਕੋਈ ਨਹੀਂ ਜਾਣਦਾ, ਕਈ ਵਾਰੀ ਜਿਹੜੇ ਜਾਣਦੇ ਵੀ ਹੁੰਦੇ ਉਹ ਵੀ ਕਹਿੰਦੇ ਯਾਰ ਅਸੀਂ ਨਹੀਂ ਜਾਣਦੇ, ਜਾਣੀ ਉਸ ਵੇਲੇ ਹਿੰਮਤ ਰੱਖੇ ਬੰਦਾ, ਥੋੜੀ ਬਹੁਤ ਕੋਸ਼ਿਸ਼ ਕਰੇ ਤਾਂ ਸਿਰੇ ਲੱਗ ਹੀ ਜਾਂਦਾ ਕੈਨੇਡਾ 'ਚ। ਹਾਂਜੀ ਸਿਰੇ ਬਿਲਕੁਲ, ਮਤਲਬ ਕਿ ਜੇ ਤੁਸੀਂ ਸਿਰੇ ਲਾਉਣੀ ਆ ਤਾਂ ਆਪਣੀ ਲਾਈਫ ਸਿੰਪਲ ਰੱਖੋ, ਹਰ ਇੱਕ ਚੀਜ਼ ਇੱਥੇ ਮਿਲ ਜਾਂਦੀ ਆ। ਠੀਕ ਹੈ ਜੀ, ਲਾਈਫ ਸਿੰਪਲ ਤੋਂ ਭਾਵ ਖਰਚੇ ਘਟਾਓ। ਲਾਈਫ ਸਿੰਪਲ ਮਤਲਬ ਕਿ ਜਿੰਨੇ ਕਿ ਜਾਇਜ਼ ਹੋਣ ਉਹੀ ਚੀਜ਼ ਕਰੋ। ਉਹੀ ਚੀਜ਼ ਕਰੋ। ਹਾਂਜੀ, ਕਿਸੇ ਦੇ ਮਗਰ ਨਾ ਲੱਗੋ। ਜੇ ਕਿਸੇ ਨੂੰ ਪੁੱਛਣਾ ਹੈ ਤਾਂ ਐਟਲੀਸਟ ਆਪਣੇ ਤੋਂ ਦੁੱਗਣੀ ਉਮਰ ਦੇ ਜਾਂ ਤਿੱਗਣੀ ਉਮਰ ਦੇ ਕਿਸੇ ਸੀਨੀਅਰ ਬੰਦੇ ਨੂੰ ਪੁੱਛੋ ਕਿ ਕਰਨਾ ਕੀ ਹੈ। ਕਰਨਾ ਕੀ ਕਿ ਆਪਣੇ ਨਾਲ ਦੇ ਬੱਚਿਆਂ ਤੋਂ ਨਾ ਪੁੱਛੋ, ਕਿਉਂਕਿ ਤੁਸੀਂ ਵੀ ਬੱਚੇ ਹੋ ਤੇ ਉਹ ਵੀ ਬੱਚੇ ਆ। ਉਹਨਾਂ ਕੋਲ ਐਕਸਪੀਰੀਅੰਸ ਥੋੜਾ ਹੁੰਦਾ। ਹਾਂਜੀ ਕੀ ਬਾਤ ਹੈ। ਕਿਉਂਕਿ ਕਹਿਣ ਲੱਗੇ ਬੱਚਿਆਂ ਨੂੰ ਪਤਾ ਹੀ ਕਿੰਨਾ ਹੈ। ਮੈਨੂੰ ਲੱਗਦਾ ਕਿ ਇਹ ਗੱਲ ਬਹੁਤ ਸਿਰੇ ਦੀ ਗੱਲ ਹੈ ਜੀ। ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇਹ ਜਿਉਂਦੀ ਕਹਾਣੀ ਜਿਹੜੀ ਹੈ ਉਹ ਸਾਨੂੰ ਦੱਸੀ ਹੈ। ਹਿੰਮਤ ਸਿੰਘ ਦੀ ਹਿੰਮਤ ਤੋਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਹਿੰਮਤ ਲੈਣ ਕਿ ਭਾਈ ਗੁਰੂ ਘਰ ਜਾਓ। ਇਹ ਨਾ ਸੋਚੋ ਕਿਉਂਕਿ ਗੁਰੂ ਘਰ ਦੇ ਪ੍ਰਬੰਧਕ ਤੁਹਾਡੇ ਆਪਣੇ ਹੀ ਨੇ, ਉਹਨਾਂ ਦੇ ਵੀ ਤੁਹਾਡੇ ਵਰਗੇ ਬੱਚੇ ਨੇ। ਹਰ ਬੰਦਾ ਚਾਹੁੰਦਾ ਕਿ ਦੂਸਰੇ ਦੀ ਮਦਦ ਕਰੀਏ ਤੇ ਅਸੀਂ ਉਮੀਦ ਕਰਦੇ ਹਾਂ ਹਿੰਮਤ ਸਿੰਘ ਜੀ ਤੁਹਾਡੀ ਇਸ ਗੱਲ ਤੋਂ, ਤੁਹਾਡੀ ਇਸ ਕਹਾਣੀ ਤੋਂ ਬਹੁਤ ਲੋਕ ਹਿੰਮਤ ਲੈਣਗੇ। ਤੁਹਾਨੂੰ ਨਹੀਂ ਪਤਾ ਕਿੰਨੇ ਹਿੰਮਤ ਲੈ ਜਾਣਗੇ। ਬਹੁਤ ਮਿਹਰਬਾਨੀ। ਕੁਝ ਹੋਰ ਕਹਿਣਾ ਚਾਹੁੰਦੇ ਹੋ? ਹਾਂਜੀ, ਮਤਲਬ ਕਿ ਜਿਹਦਾ ਕੋਈ ਨਹੀਂ ਹੈਗਾ ਉਹ ਸਿਰਫ ਪਹਿਲਾਂ ਇਹ ਦੇਖ ਕੇ ਆਓ ਕਿ ਜਿੱਥੇ ਤੁਸੀਂ ਲੈਂਡ ਕਰਦੇ ਹੋ ਤਾਂ ਉੱਥੇ ਸਭ ਤੋਂ ਪਹਿਲਾਂ ਆਪਣਾ ਪੰਜਾਬੀ ਕਮਿਊਨਿਟੀ ਦਾ ਗੁਰਦੁਆਰਾ ਕਿਹੜਾ ਹੈ, ਤੁਹਾਨੂੰ ਉੱਥੇ ਪੱਕੀ ਮਤਲਬ ਹਮੇਸ਼ਾ ਰੱਖਣਗੇ। ਕਿਉਂਕਿ ਕਾਰ ਭਲਾ ਤਾਂ ਹੋ ਭਲਾ, ਤੇ ਸਾਰੇ ਹੈਲਪ ਕਰਦੇ ਆ ਇੱਥੇ। ਕੀ ਬਾਤ, ਸੀਰੀਅਸਲੀ। ਓਟਵਾ 'ਚ ਤਾਂ ਸੱਚੀ ਕਰਦੇ ਆ, ਸੱਚੀ ਕਰਦੇ। ਬਾਕੀ ਮੈਨੂੰ ਅੱਗੇ ਮੈਂ ਓਟਵਾ ਤੋਂ ਬਾਹਰ ਜਾਂਦਾ ਨਹੀਂ। ਲਓ ਜੀ ਸੰਧਾਲੀਆ ਸਾਹਿਬ, ਖਿਆਲ ਆ ਜਿਹੜੀਆਂ ਕਹਾਣੀਆਂ ਅਸੀਂ ਸੁਣ ਲਈਆਂ ਨੇ ਨਾ, ਜਿਹੜੀਆਂ ਗੱਲਾਂ ਸੁਣ ਲਈਆਂ, ਇਹ ਸ਼ਾਇਦ ਜੇ ਅਸੀਂ ਵੈਸੇ ਉੱਥੇ ਕਿਤੇ ਅੰਦਰ ਬੈਠ ਕੇ ਸੁਣਾਉਂਦੇ ਤੁਹਾਨੂੰ, ਤੇ ਤੁਸੀਂ ਕਹਿਣਾ ਵੀ ਯਾਰ ਕਿਤੇ ਪੜ੍ਹ ਲਈ ਹੋਣੀ ਹੈ ਗੱਲ, ਮਾੜੀ ਮੋੜ ਸੁਣ ਲਈ ਹੋਣੀ ਹੈ, ਚਾਰ ਮਸਾਲੇ ਨਾਲ ਕੋਲੋਂ ਲਾਤੇ ਹੋਣੇ ਆ, ਤੇ ਹੋ ਸਕਦਾ ਵੀ ਗੱਲ ਉਨੀ ਕਿ ਨਾ ਹੋਵੇ। ਪਰ ਆ ਜਿਵੇਂ ਤੁਸੀਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਸੁਣ ਲਈਆਂ, ਉਹਨਾਂ ਦੀ ਜ਼ਬਾਨੀ ਸੁਣ ਲਿਆ, ਤੇ ਸਾਨੂੰ ਇਹ ਚੰਗਾ ਲੱਗਿਆ ਕਿ ਉਹਨਾਂ ਨੇ ਆਪਣੇ ਮੂੰਹ ਦੱਸਤੀ ਗੱਲ, ਤੇ ਤੁਹਾਨੂੰ ਵੀ ਯਕੀਨ ਹੋ ਗਿਆ ਹੋਣਾ ਕਿ ਵੀ ਕੈਨੇਡਾ ਉਹ ਨਹੀਂ ਹੈ ਜੋ ਕਿ ਯਾਰ ਆਪਾਂ ਨੂੰ ਦਿਖਾਇਆ ਜਾਂਦਾ, ਕੈਨੇਡਾ ਕਿਤੇ ਹੋਰ ਵੀ ਵਸਦਾ। ਹਾਂਜੀ ਭਾਜੀ। ਹਾਂਜੀ ਬਾੜ ਸਾਹਿਬ, ਉਹ ਜਿਹੜਾ ਡੋਰ ਇੱਕ ਵਾਰੀ ਕੈਮਰਾ ਲਾਓ ਉਧਰ ਜਿਹੜਾ ਖੁੱਲਾ ਨਾ, ਅਸੀਂ ਪਿਛਲੇ ਹਫਤੇ ਦੀ ਗੱਲ ਆ, ਸੇਵਾ ਕਰ ਰਹੇ ਸੀ, ਸਾਫ਼ ਸਫਾਈ ਕਰ ਰਹੇ ਸੀ, ਤਾਂ ਡੋਰ ਖੜਕਿਆ ਕਿਉਂਕਿ 10 ਵਜੇ ਆ ਡੋਰ ਲੌਕ ਹੋ ਜਾਂਦੇ ਆ। ਹਾਂਜੀ ਠੀਕ ਹੈ ਜੀ। ਤੇ ਬਾਬਾ ਜੀ ਲੈ ਕੇ ਆਏ ਮੁੰਡੇ ਕੋਲ ਬੈਗ ਤੇ ਅੰਦਰ ਲੈ ਆਏ, ਤੇ ਉਹ ਦੇਖਿਆ ਕਹਿੰਦਾ ਜੀ ਮੇਰੇ ਕੋਲ ਕੋਈ ਥਾਂ ਨਹੀਂ ਜਾਣ ਨੂੰ, ਤੇ ਮੈਂ ਕਿਹਾ ਬਾਬਾ ਜੀ ਨੂੰ ਅੰਦਰ ਲੈ ਆਓ ਜੀ। ਤੇ ਉਹ ਵਿਚਾਰੇ ਦੇ ਅੱਖਾਂ ਭਰੀਆਂ ਆ ਜੀ। ਤੇ ਅਸੀਂ ਉਹਨਾਂ ਨੂੰ ਲਿਆ ਕੇ ਰਾਤ ਨੂੰ ਇੱਥੇ ਸੈਟਲ ਗਿਆ, ਤੇ ਬਾਬਾ ਜੀ ਨੇ ਦੂਸਰੇ ਦਿਨ ਹੀ ਉਹਨੂੰ ਅਕਾਮੋਡੇਸ਼ਨ, ਇਹਨਾਂ ਦੇ ਬੜੇ ਕਨੈਕਸ਼ਨ ਬਣੇ ਹੋਏ ਆ। ਅੱਛਾ ਜੀ। ਤੇ ਲੱਭ ਦਿੱਤੀ। ਇਹ ਗੱਲ ਮੈਂ ਹੋਰ ਐਡ ਕਰਨੀ ਚਾਹੁੰਦਾ ਭਾਈ, ਇੱਥੇ ਨਾ ਆਪਾਂ ਲਿਮਨਾਈ ਸੁਣਿਆ ਵਰਡ। ਜੀ ਜੀ। ਇਹ ਜਿਹੜੇ ਪੁਰਾਣੇ ਸਟੂਡੈਂਟ ਆਏ ਨਾ ਪਿਛਲੇ 15 ਸਾਲ ਤੋਂ ਜੀ, ਉਹ ਇੰਨਾ ਵਧੀਆ ਪ੍ਰੋਗਰਾਮ ਕਰਾਉਂਦੇ ਆ ਗੁਰੂ ਅਰਜਨ ਦੇਵ ਜੀ ਦਾ। ਇੱਥੇ ਸਾਡੀ ਇੱਥੋਂ ਵਾਲੀ ਜਿਹੜੀ ਸੰਗਤ ਆ ਉਹ ਵੀ ਨਹੀਂ ਕਰਾ ਸਕਦੀ। ਕੀ ਬਾਤ ਹੈ। ਹਾਂ, ਤੇ ਉਹਨੇ ਆ ਪਿਛਲੇ ਆਪਣੇ ਜੂਨ ਚ ਲੰਘ ਕੇ ਗਿਆ, ਜੀ। ਤੇ ਉਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਲੀਕ ਦੇ ਇੱਕ ਉਹ ਕਰਦੇ, ਤੇ ਇੱਕ ਜਿਹੜੇ ਨਵੇਂ ਸਟੂਡੈਂਟ ਆਉਂਦੇ ਆ ਜੀ ਉਹ ਵੀ ਕਰਦੇ ਆ। ਉਹ ਵੀ ਕਰਦੇ ਆ। ਕੀ ਬਾਤ ਹੈ। ਹਾਂ, ਇਹ ਬਹੁਤ ਮਾਣ ਵਾਲੀ ਗੱਲ ਹੈ। ਬਹੁਤ ਧੰਨਵਾਦ ਜੀ। ਸੋ ਮੈਨੂੰ ਲੱਗਦਾ ਕਿ ਵੀ ਅਸੀਂ ਸ਼ੁਰੂ ਤੇ ਹੋਏ ਸੀ ਵੀ ਚਲੋ 2-4-5 ਮਿੰਟ ਦੀ ਗੱਲ ਸੁਣਦੇ ਆ, ਪਰ ਸਾਨੂੰ ਨਹੀਂ ਪਤਾ ਸੀ ਵੀ ਇੰਨਾ ਕੁਛ ਇਹਨਾਂ ਗੱਲਾਂ ਦੇ ਵਿੱਚੋਂ ਨਿਕਲ ਆਊਗਾ। ਸੋ ਤੁਸੀਂ ਆਪਣੀ ਫੀਡਬੈਕ ਜਿਹੜੀ ਆ ਜ਼ਰੂਰ ਨਾਲ ਦਿਓ, ਟਿੱਪਣੀਆਂ ਦੇ ਰੂਪ 'ਚ ਕੋਈ ਸਵਾਲ ਹੋਵੇ ਉਹ ਵੀ ਜ਼ਰੂਰ ਟਿੱਪਣੀਆਂ ਦੇ ਰੂਪ 'ਚ ਕਰ ਦਿਓ। ਇੱਕ ਸੰਧਾਲੀਆ ਸਾਹਿਬ ਮੈਂ ਬੇਨਤੀ ਜ਼ਰੂਰ ਕਰਨੀ ਹੈ ਕਿ ਲੋੜਵੰਦ ਹੀ ਆ ਕੇ ਬੇਨਤੀ ਕਰਿਆ ਕਰੋ ਦੁਨੀਆ 'ਚ ਕਿਤੇ ਵੀ ਜਦੋਂ ਲੋੜ ਹੁੰਦੀ ਹੈ, ਕਿਉਂਕਿ ਕਈ ਵਾਰੀ ਜਦੋਂ ਮਿਸਯੂਜ਼ ਸ਼ਬਦ ਉੱਥੇ ਆ ਜਾਂਦਾ ਨਾ, ਤਾਂ ਫਿਰ ਜਿਹੜਾ ਲੋੜਵੰਦ ਹੁੰਦਾ ਉਹਦੇ ਵੀ ਹੱਕ ਦੇ ਉੱਤੇ ਆਪਾਂ ਡਾਕਾ ਮਾਰ ਲੈਂਦੇ ਆ। ਬਾਕੀ ਸੰਧਾਲੀਆ ਸਾਹਿਬ ਟੋਰਾਂਟੋ ਤੋਂ 4-5 ਘੰਟੇ ਲੱਗਦੇ ਆ ਜੀ, ਇੱਧਰ ਪਾਸੇ ਓਟਵਾ ਆ ਜਾਓ ਤੇ ਸਰਚ ਕਰੋ ਪਹਿਲਾਂ ਜਿੱਥੇ ਵੀ ਆਉਣਾ। ਸੋ ਚੰਗਾ ਲੱਗਾ ਕਿ ਗੁਰੂ ਘਰ ਇੱਕੋ ਹੀ ਗੁਰੂ ਘਰ ਆ ਸਾਰੇ ਸ਼ਹਿਰ ਦੇ ਵਿੱਚ, ਤੇ ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਤੱਕ ਲੋੜ ਨਾ ਹੋਵੇ ਉਦੋਂ ਤੱਕ ਬਿਲਕੁਲ ਨਹੀਂ, ਇੱਕੋ ਹੀ ਗੁਰੂ ਘਰ ਰਹੇ। ਤੇ ਹੁਣ ਆਪਾਂ ਫਿਰ ਲਈਏ ਆਗਿਆ ਜੀ। ਬਿਲਕੁਲ ਆਪਾਂ ਆਗਿਆ ਲਈਏ। ਇੱਕ ਗੱਲ ਮੈਂ ਛੋਟੀ ਜਿਹੀ ਕਹਿਣੀ ਹੈ, ਜੇ ਤੁਹਾਡੇ ਆਂਢ ਗੁਆਂਢ ਆਸੇ-ਪਾਸੇ ਕੋਈ ਕੰਨ 'ਚ ਫੂਕ ਮਾਰੇ ਯਾਰ ਕੈਨੇਡਾ 'ਚੋਂ ਹੈ ਨਹੀਂ ਕੁਝ ਵੀ, ਤੇ ਸਾਡੀਆਂ ਗੱਲਾਂ ਤੇ ਇਹਨਾਂ ਸ਼ਖਸੀਅਤਾਂ ਦੀਆਂ ਗੱਲਾਂ ਜ਼ਰੂਰ ਸੁਣ ਲਿਓ, ਤੁਹਾਨੂੰ ਪਤਾ ਲੱਗ ਜੂ ਕੈਨੇਡਾ ਬਹੁਤ ਵੱਡਾ ਤੇ ਇੱਥੇ ਬਹੁਤ ਕੁਛ ਆ। ਫਿਲਹਾਲ ਆਪਾਂ ਹੁਣ ਅਗਲੇ ਪਾਸੇ ਤੁਰਦੇ ਹਾਂ। ਤੁਸੀਂ ਸਾਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV।